ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪਰਤਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਸਭਨਾਂ ਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ, ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਆਪ ਜੀ ਸੱਜੇ ਹੋਏ ਹੋ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਸਰਵਣ ਕਰਨ ਵਾਸਤੇ, ਗੁਰੂ ਜੀ ਦਾ ਜਸ ਸੁਣਨ ਵਾਸਤੇ ਆਪ ਜੀ ਸੱਜੇ ਹੋ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਵਾਹਿਗੁਰੂ। ਸੰਤਾਂ ਨਾਲ ਰਹਿਣ ਵਾਲਾ ਬੰਦਾ ਸੰਤ ਹੀ ਬਣ ਜਾਂਦਾ ਜੀ। ਹਾਂਜੀ। ਧੰਨ ਧੰਨ ਗੁਰ ਅਮਰ ਉਚਾਰੈ। ਲੋਕ ਪਤਾ ਕੀ ਕਹਿੰਦੇ ਆ? ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਜੀ, ਧੰਨ ਗੁਰੂ ਜੀ ਦੇ ਸਿੱਖ, ਜਿਨ੍ਹਾਂ ਦੀ ਸੰਗਤ ਕਰਕੇ
ਦੂਜਿਆਂ ਦਾ ਵੀ ਪਾਰ ਉਤਾਰਾ ਹੋ ਗਿਆ। ਓਏ ਪੇ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਹਾਂਜੀ। ਅੰਤਰ ਬਿਰਤੀ ਬੈਠ ਨਿਤ ਧਾਰੈ। ਪਰ ਮਹਾਰਾਜ ਸਦਾ ਅੰਤਰਮੁਖੀ ਬਿਰਤੀ ਰੱਖਦੇ ਆ, ਭਜਨ ਵਾਲੀ ਬਿਰਤੀ ਰੱਖਦੇ ਆ। ਹਾਂਜੀ। ਦੋਹਰਾ ਵਿਸ਼ੈ ਅਗਨ ਕੋ ਨੀਰ ਸਮ ਦਾਸ ਭੀਰ ਕੱਟ ਦੇਤ। ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਜਿਵੇਂ ਅੱਗ ਬਲਦੀ ਹੋਵੇ ਥੋੜ੍ਹੀ ਬਹੁਤੀ, ਉਹਦੇ ਉੱਤੇ ਪਾਣੀ ਪਾ ਕੇ ਉਹਨੂੰ ਬੁਝਾ ਦਈਦਾ ਹੈ ਜੀ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਹੋ ਜਿਹੇ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਸੰਗਤ ਜੀ ਵਿਕਾਰਾਂ ਦੀ ਅੱਗ ਲੱਗਦੀ ਹੈ। ਵਿਕਾਰ ਵੀ ਅੱਗ ਵਰਗੇ ਹੀ ਹੈ। ਕਾਮ ਦੀ ਅਗਨੀ ਹੈ, ਕ੍ਰੋਧ ਦੀ ਅਗਨੀ ਹੈ, ਲੋਭ ਦੀ ਅਗਨੀ ਹੈ, ਹੰਕਾਰ ਵੀ ਅੱਗ ਵਰਗਾ ਹੀ ਹੈ। ਮਹਾਰਾਜ ਬਾਣੀ 'ਚ ਕਹਿੰਦੇ ਆ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਵਿਕਾਰਾਂ ਦੀ ਅਗਨੀ ਨੂੰ ਨਾਮ ਦਾ ਪਾਣੀ ਪਾ ਕੇ ਆਪਣੇ ਦਾਸਾਂ ਦਾ ਕਸ਼ਟ ਦੂਰ ਕਰਨ ਵਾਲੇ ਹਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ। ਹਾਂਜੀ। ਅਮਰਦਾਸ ਗੁਰ ਪਦ ਪਦਮ ਬੰਦੋ ਨਿਤ ਨਹੀਂ ਤੇ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ, ਸਾਧ ਸੰਗਤ ਮੈਂ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਹਾਂ। ਤੁਸੀਂ ਵੀ ਟੇਕੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਚੌਪਈ ਸੰਮਤ ਸ਼ਤ 10 ਪੰਚ 81 ਲਵਪੁਰ ਨਗਰ ਸਦਾ ਨਿਜ ਵਾਸੀ। ਸੰਮਤ 1581 ਵਿੱਚ ਲਾਹੌਰ ਸ਼ਹਿਰ ਦੇ ਵਿੱਚ ਬੰਸ ਲਉ ਕੋ ਸਿੰਧ ਮੁਨਿੰਦੂ ਜਨਮੈ ਰਾਮਦਾਸ ਗੁਰ ਇੰਦੂ। ਲਾਹੌਰ ਸ਼ਹਿਰ ਦੇ ਵਿੱਚ ਸਾਧ ਸੰਗਤ ਜੀ ਬੰਸ ਲਉ ਕੋ ਸਿੰਧ ਮਨੰਦੂ। ਗੱਜ ਕੇ ਆਖੋ ਵਾਹਿਗੁਰੂ। ਰਾਮਚੰਦਰ ਜੀ ਦੇ ਪੁੱਤਰ ਲਵ ਦੀ ਜਿਹੜੀ ਵੰਸ਼ ਹੈ ਉਹ ਸਮੁੰਦਰ ਵਰਗੀ ਹੈ, ਭਾਵ ਮਹਾਨ ਹੈ। ਇਹ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਹੈ। ਸੰਗਤ ਜੀ ਕਿਤੇ ਨਾ ਕਿਤੇ ਤੇ ਨਾਤਾ ਹੁੰਦਾ ਹੀ ਹੈ। ਤੇ ਉਂਝ ਜੇ ਹੁਣ ਪੂਰਵਜਾਂ ਦੀ ਗੱਲ ਕਰਨੀ ਹੋਵੇ ਤੇ ਸਾਡੇ ਪੂਰਵਜ ਧੰਨ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਹਨ। ਸਾਡੇ ਉਹ ਨੇ ਜੀ। ਬਾਕੀ ਲਾਹੌਰ ਸ਼ਹਿਰ ਦੇ ਵਿੱਚ ਪਰਿਵਾਰ ਰਹਿੰਦਾ ਹੈ, ਸੋਢੀਆਂ ਦਾ ਪਰਿਵਾਰ ਰਹਿੰਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਸੋਢੀਆਂ ਦੇ ਪਰਿਵਾਰ ਦੇ ਵਿੱਚ ਸੋਢੀ ਕੁਲ ਨੂੰ ਚਮਕਾਉਣ ਵਾਲੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ ਹੋਇਆ ਜੀ। ਗੱਜ ਕੇ ਕਹੋ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਹਾਂਜੀ। ਸਭ ਪੁਰ ਹਰਖ ਅਚਾਨਕ ਲਹਿਓ। ਸਾਰੇ ਸ਼ਹਿਰ ਵਿੱਚ ਪਤਾ ਨਹੀਂ ਇੱਕਦਮ ਖੁਸ਼ੀ ਜੀ ਛਾ ਗਈ ਜੀ। ਲੋਕਾਂ ਨੂੰ ਨਹੀਂ ਪਤਾ ਵੀ ਅਸੀਂ ਖੁਸ਼ ਕਿਉਂ ਆ, ਪਰ ਲੋਕ ਖੁਸ਼ ਨੇ ਜੀ। ਹਾਂਜੀ। ਨਦੀਆਂ ਨੀਰ ਸ਼ੀਰ ਹੈ ਬਹਿਓ। ਕਹਿੰਦੇ ਆ ਜਿਸ ਦਿਨ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ ਨਾ, ਉਸ ਦਿਨ ਲਾਹੌਰ ਦੀਆਂ ਨਦੀਆਂ ਵਿੱਚ ਵੀ ਪਾਣੀ ਪੂਰਾ ਹੋ ਕੇ ਵਗਿਆ ਸੀਗਾ ਜੀ। ਭਾਵ ਸਾਰੇ ਖੁਸ਼ ਸਨ। ਕਿਸੇ ਨੂੰ ਨਹੀਂ ਸੀ ਪਤਾ ਬਾਬਾ ਹਰਦਾਸ ਜੀ ਦੇ ਘਰ ਕਿਹੜੀ ਮਹਾਨ ਹਸਤੀ ਨੇ ਆਗਮਨ ਧਾਰਨ ਕੀਤਾ ਹੈ। ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਹਰਦਾਸ ਜੀ ਹੈ। ਮਾਤਾ ਜੀ ਦਾ ਨਾਮ ਹੈ ਧੰਨ ਮਾਤਾ ਦਇਆ ਕੌਰ ਜੀ। ਮਹਾਰਾਜ ਜੀ ਦਾ ਆਗਮਨ ਹੋਇਆ ਹੈ। ਹਾਂਜੀ। ਸਨੇ ਸਨੇ ਪੇ ਬੜੇ ਕਿਰਪਾਲਾ। ਹੌਲੀ ਹੌਲੀ ਸਹਿਜੇ ਸਹਿਜੇ ਸਰੀਰ ਵੱਡਾ ਹੋਇਆ ਜੀ। ਹਾਂਜੀ। ਬੁੱਧ ਬਿਲੰਦ ਨਿਕੰਦਨ ਕਾਲਾ। ਬੁੱਧੀ ਵਿਸ਼ਾਲ, ਬੜੇ ਸਿਆਣੇ, ਬੜੇ ਧੀਰਜ ਵਾਲੇ ਹਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਪਾਸ ਬੁਲਾਏ ਕਹਿਓ ਹਰਦਾਸ ਕਾਮ ਕਰੋ ਘਰ ਕੋ ਸੁਖ ਰਾਸ। ਬਾਬਾ ਹਰਦਾਸ ਜੀ ਨੇ ਕੋਲ ਸੱਦ ਕੇ ਆਪਣੇ ਪੁੱਤਰ ਨੂੰ ਕਿਹਾ, ਪੁੱਤਰ ਕੋਈ ਘਰ ਦਾ ਕੰਮਕਾਰ ਵੀ ਕਰੋ। ਹਾਂਜੀ। ਖੇਲਣ ਕੇ ਦਿਨ ਖੇਲ ਗਏ ਹੈ। ਖੇਲਣ ਦੇ ਜਿਹੜੇ ਸਮੇਂ ਹੈ ਉਹ ਤੁਹਾਡੇ ਚਲੇ ਗਏ ਹੈ। ਹਾਂਜੀ। ਜਾਂ ਤੇ ਮੈਂ ਬਚ ਤੋਹੇ ਕਹੇ ਹੈ। ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ, ਦੁਨੀਆਦਾਰੀ ਵਾਲਾ ਸੰਸਾਰ ਵਾਲਾ ਵੀ ਕੰਮਕਾਰ ਕਰੋ। ਹਰ ਮਾਂ ਬਾਪ ਨੂੰ ਸਾਧ ਸੰਗਤ ਦੀ ਖਿੱਚ ਹੁੰਦੀ ਹੈ
ਮੇਰਾ ਪੁੱਤਰ ਹੁਣ ਕੋਈ ਕੰਮਕਾਰ ਕਰੇ। ਹਾਂਜੀ, ਸਤ ਬਚਨ ਜੋ ਕਹੋ ਸੋ ਕਰਹੂੰ। ਮਹਾਰਾਜ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ, ਪਿਤਾ ਜੀ ਸਤ ਬਚਨ ਹੈ, ਜੋ ਕਹਿੰਦੇ ਹੋ ਉਹ ਕਰਾਂਗਾ। ਮੈਂ ਰਾਵਰ ਕੇ ਸਦ ਅਨੁਸਰ ਹੂੰ। ਮੈਂ ਤੇ ਸਦਾ ਹੀ ਤੁਹਾਡੇ ਅਨੁਸਾਰ ਹਾਂ। ਗੱਜ ਕੇ ਆਖੋ ਵਾਹਿਗੁਰੂ। ਆਗਿਆ ਮੰਨਣ ਵਾਲਾ ਸ਼ੁਰੂ ਤੋਂ ਹੀ ਸੁਭਾਅ ਜੀ ਗੁਰੂ ਰਾਮਦਾਸ ਜੀ ਦਾ। ਹਾਂਜੀ, ਨਿਸ ਬੇਤੀ ਤਬ ਭਇਓ ਸਕਾਰੇ। ਰਾਤ ਬੀਤ ਗਈ ਪਿਆਰਿਓ, ਇਸੇ ਤਰ੍ਹਾਂ ਦਿਨ ਚੜ ਗਿਆ। ਹਾਂਜੀ, ਜਨਕ ਉਦਕ ਸਨਮਾਤ ਉਬਾਰੇ। ਤੇ ਮਾਤਾ ਜੀ ਨੇ ਛੋਲੇ ਉਬਾਲ ਕੇ ਦਿੱਤੇ ਜੀ ਸੰਸਾਰੀ ਕੰਮ ਕਰਨ ਵਾਸਤੇ। ਮੈਂ ਇੱਥੇ ਹੁਣ ਬੇਨਤੀ ਕਰਦਿਆਂ, ਜਿੰਨਾ ਚਿਰ ਤੇ ਅਗਿਆਨਤਾ ਸੀ ਅਸੀਂ ਵੀ ਸਟੇਜਾਂ ਤੇ ਜੇਠਾ ਕਹਿੰਦੇ ਰਹੇ ਹਾਂ ਮਹਾਰਾਜ ਦਾ ਨਾਮ, ਪਰ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਮ ਦਾ ਜ਼ਿਕਰ ਇਤਿਹਾਸ ਵਿੱਚ ਵੀ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਕਿਤੇ ਵੀ ਜੇਠਾ ਸ਼ਬਦ ਨਹੀਂ ਆਇਆ। ਸ਼ਬਦ ਆਇਆ ਰਾਮਦਾਸ। ਗੱਜ ਕੇ ਆਖੋ ਵਾਹਿਗੁਰੂ। ਔਰ ਜਿਹੜੀਆਂ ਇਮੋਸ਼ਨਲ ਕਰਨ ਵਾਸਤੇ ਅਸੀਂ ਗੱਲਾਂ ਬਣਾ ਲੈਂਦੇ ਆ, ਉਹ ਸਾਧ ਸੰਗਤ ਹੈ ਨਹੀਂ ਅਸਲ 'ਚ। ਸਿੱਧੀ ਕਥਾ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ ਕਿ ਮਾਤਾ ਜੀ ਨੇ ਚਨੇ ਉਬਾਲ ਕੇ ਦਿੱਤੇ ਐ, ਭਰ ਚੰਗੇਰ ਸੁੱਤ ਕੇ ਕਰ ਦੀਨੀ। ਚੰਗੇਰ ਭਰ ਕੇ, ਟੋਕਰੀ ਭਰ ਕੇ ਉਬਲੇ ਛੋਲਿਆਂ ਦੀ ਆਪਣੇ ਪੁੱਤਰ ਨੂੰ ਦਿੱਤੀ ਹੈ। ਵੇਚੋ ਪੁੱਤਰ ਲਾਭ ਦਾ ਚੀਨੀ। ਪੁੱਤਰ ਇਹ ਟੋਕਰੀ ਨੂੰ ਜਾ ਕੇ ਵੇਚੋ, ਛੋਲੇ ਵੇਚੋ, ਵਿਚਲੇ ਪੰਘੂਰ ਵੇਚੋ। ਲੇਕਰ ਗਏ ਬਾਜ਼ਾਰ ਕਿਰਪਾਲਾ। ਤੇ ਕਿਰਪਾਲੂ ਸੱਚੇ ਪਾਤਸ਼ਾਹ ਬਾਲਕ ਦੀ ਅਵਸਥਾ ਵਿੱਚ, ਤੇ ਉਹ ਚੰਗੇਰ ਜਿਹੜੀ ਛੋਲਿਆਂ ਦੀ ਭਰੀ ਹੈ ਨਾ, ਉਹਨੂੰ ਬਾਜ਼ਾਰ ਵਿੱਚ ਲੈ ਕੇ ਗਏ। ਹੋਕਾ ਦੇਵਤ ਮਧੁਰ ਬਿਸਾਲਾ। ਤੇ ਸੁਰਤ ਖੜੋ ਲਾਹੌਰ ਦੇ ਬਾਜ਼ਾਰ ਵਿੱਚ, ਮਹਾਰਾਜ ਆਪ ਉਹ ਚਨੇ ਵੇਚ ਰਹੇ ਆ। ਹੋਕਾ ਦੇਵਤ ਮਧੁਰ ਬਿਸਾਲਾ, ਬੜੀ ਮਿੱਠੀ ਆਵਾਜ਼ ਵਿੱਚ ਨਾ ਉਹ ਚਨਿਆਂ ਦਾ ਹੋਕਾ ਦੇ ਰਹੇ ਹਨ। 100 ਸਾਧ ਤਿਨ ਲਿਓ ਬੁਲਾਈ। ਉਹ ਇੱਕ ਸਾਧੂ ਸੀਗਾ ਉੱਥੇ ਜੀ, ਉਹ ਲਾਗੇ ਗਿਆ ਜੀ। ਹਾਂਜੀ, ਹਮੇ ਦੇਹੋ ਇਉਂ ਗਿਰਾ ਅਲਾਈ। ਉਹਨੇ ਮਹਾਰਾਜ ਨੂੰ ਵੇਖ ਕੇ ਆਖਿਆ, ਬਾਲਕਾ ਆ ਮੈਨੂੰ ਵੀ ਥੋੜੇ ਜਿਹੇ ਦੇ ਛਕਣ ਵਾਸਤੇ। ਹਾਂਜੀ, ਸੁਨ ਇੱਕ ਮੁਸ਼ਟ ਲੱਗੇ ਭਰ ਦੇਨ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸੁਣ ਕੇ ਇੱਕ ਮੁੱਠੀ ਭਰ ਕੇ ਉਹ ਛੋਲਿਆਂ ਦੇ ਪੰਘੂਰ ਦੇ ਉਸ ਸਾਧੂ ਨੂੰ ਦਿੱਤੀ ਹੈ। ਹਮੇ ਨਾ ਚਾਹਾ ਏਕ ਕੀ ਲੈਨ। ਉਹ ਸਾਧੂ ਨੇ ਛਕ ਲਈ, ਕਹਿੰਦੇ ਛਕ ਕੇ ਕਹਿਣ ਲੱਗਾ, ਜੇ ਮੇਰੀ ਚਾਹਤ ਪੂਰੀ ਨਹੀਂ ਹੋਈ, ਮੈਂ ਹੋਰ ਲੈਣਾ ਚਾਹੁੰਦਾ। ਹਾਂਜੀ, ਇਸ ਬਿਦ ਦਵੈ ਤ੍ਰੈ ਦੇਹ ਨਾ ਲੇਵੈ। ਉਹ ਹੋਰ ਛਕੀ, 2-3 ਹੋਰ ਦਿੱਤੀਆਂ, ਉਹ ਫਿਰ ਵੀ ਨਾ ਰੱਜਿਆ। ਉਹ ਕਹਿਣ ਲੱਗਾ ਹੋਰ ਚਾਹੀਦੀ ਐ। ਸਕਲ ਚੰਕੇਰ ਪਲਟ ਈ ਦੇਵੈ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਜਦੋਂ ਇੱਕ ਦਿੱਤੇ ਮੁੱਠ, ਦੂਜੇ ਦਿੱਤੇ, ਤੀਜੀ ਦਿੱਤੀ, ਸਾਧੂ ਨਹੀਂ ਰੱਜਿਆ, ਗੁਰੂ ਰਾਮਦਾਸ ਜੀ ਨੇ ਸਾਰੀ ਚੰਗੇਰ ਹੀ ਪਲਟ ਦਿੱਤੀ ਜੀ। ਵੀ ਲੈ ਛਕ ਲਾ। ਫਿਰ ਇੱਥੋਂ ਇੱਕ ਮੈਂ ਬੇਨਤੀ ਕਰਾਂ, ਸਾਡੇ ਗੁਰੂ ਰਾਮਦਾਸ ਜੀ ਸ਼ੁਰੂ ਤੋਂ ਹੀ ਬੜੇ ਦਿਆਲੂ ਨੇ। ਕੋਈ ਲੜ ਫੜੇ ਤੇ ਸਹੀ ਗੁਰੂ ਰਾਮਦਾਸ ਜੀ ਦਾ। ਗ੍ਰਹਿ ਆਏ ਪਿਤ ਦੇਖਿਓ ਖਾਲੀ। ਪਿਤਾ ਜੀ ਨੇ ਜਦੋਂ ਵੇਖਿਆ ਵੀ ਪੁੱਤਰ ਖਾਲੀ ਘਰ ਵਿੱਚ ਆ ਗਿਆ, ਹਾਂਜੀ, ਲੋਚਨ ਪੂਰ ਲਏ ਤਬ ਲਾਲੀ। ਪੁੱਛਿਆ ਵੀ ਕੋਈ ਮਾਇਆ ਕਮਾਈ? ਕਹਿੰਦੇ ਨਹੀਂ, ਮਾਇਆ ਤੇ ਨਹੀਂ ਕਮਾਈ। ਸਾਧੂ ਆਇਆ ਸੀਗਾ, ਉਹਨੇ ਮੰਗੀ, ਮੈਂ ਇੱਕ ਦਿੱਤੀ, ਉਹ ਨਹੀਂ ਰੱਜਿਆ, ਫਿਰ ਦਿੱਤੀ, ਉਹ ਨਹੀਂ ਰੱਜਿਆ, ਮੈਂ ਸਾਰੇ ਹੀ ਉਹਨੂੰ ਦੇ ਦਿੱਤੇ, ਤੇ ਪੈਸਾ ਨਹੀਂ ਕੋਈ ਕਮਾਇਆ। ਤੇ ਪਿਤਾ ਨੇ ਫਿਰ ਬਾਬਾ ਹਰਦਾਸ ਜੀ ਨੇ ਥੋੜਾ ਗੁੱਸਾ ਕੀਤਾ ਜੀ, ਅੱਖਾਂ ਕੱਢੀਆਂ। ਹਾਂਜੀ, ਦੇਖ ਪਿਤ ਨੈਣ ਬਹਿਰ ਨਿਕਸਾਏ। ਜਦੋਂ ਮਹਾਰਾਜ ਗੁਰੂ ਰਾਮਦਾਸ ਜੀ ਨੇ ਦੇਖਿਆ ਮਾਤਾ ਪਿਤਾ ਇਸ ਤਰੀਕੇ ਦੇ ਨਾਲ ਮੇਰੇ ਵੱਲ ਦੇਖ ਰਹੇ ਆ, ਗੁੱਸੇ ਹੋ ਰਹੇ ਆ, ਰੋਦਨ ਕਰਤ ਜਲ ਨੇਤਰ ਬਹਾਏ। ਤੇ ਮਨ ਬੜਾ ਕੋਮਲ ਸੀਗਾ ਜੀ।
ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਗੁਰੂ ਰਾਮਦਾਸ ਸਾਹਿਬ ਬੜੇ ਛੇਤੀ ਪਸੀਜ ਜਾਂਦੇ ਆ। ਕੋਈ ਥੋੜੀ ਵੀ ਸੇਵਾ ਕਰੇ ਨਾ, ਗੁਰੂ ਰਾਮਦਾਸ ਸਾਹਿਬ ਛੇਤੀ ਮਿਹਰ ਕਰ ਦਿੰਦੇ ਆ। ਮਹਾਰਾਜ ਦੇ ਨੇਤਰਾਂ 'ਚ ਜਲ ਆ ਗਿਆ ਜਦੋਂ ਪਿਤਾ ਜੀ ਗੁੱਸੇ ਹੋਏ ਵੀ ਤੁਸੀਂ ਕਿਉਂ ਦਿੱਤਾ, ਸਾਰੀ ਚੰਗੇਰ ਹੀ ਪਲਟਾਏ ਉਹਨਾਂ ਨੂੰ। ਤੇ ਮਹਾਰਾਜ ਬਾਲ ਅਵਸਥਾ, ਨੇਤਰਾਂ ਵਿੱਚ ਜਲ ਆ ਗਿਆ। ਸੰਗਤ ਤਿਹ ਤੇ ਚੱਲੀ ਨਿਹਾਰੀ, ਗੋਇੰਦਵਾਲ ਹੈ ਪੁਰੀ ਵਿਚਾਰੀ। ਤੇ ਘਰੋਂ ਬਾਹਰ ਆ ਗਏ ਤੇ ਉਹ ਐਸੀ ਗੱਲ ਮਨ ਨੂੰ ਲੱਗੇ। ਉਧਰੋਂ ਲਾਹੌਰ ਤੋਂ ਗੋਇੰਦਵਾਲ ਸਾਹਿਬ ਨੂੰ ਸੰਗਤ ਜਾ ਰਹੀ ਸੀਗੀ। ਇਹ ਗੱਲ ਗੁਰੂ ਰਾਮਦਾਸ ਜੀ ਨੇ ਦੇਖੀ ਜੀ। ਹਾਂਜੀ, ਤਿੰਨ ਸੰਗ ਚੱਲੇ ਕਿਰਪਾਲ ਵਿਸਾਲਾ। ਬਸ ਫਿਰ ਕਿਰਪਾਲੂ ਸੱਚੇ ਪਾਤਸ਼ਾਹ ਬਾਲ ਉਮਰ ਵਿੱਚ ਉਹ ਸੰਗਤ ਦੇ ਨਾਲ ਹੀ ਤੁਰ ਪਏ ਜੀ। ਹਾਂਜੀ, ਗੋਇੰਦਵਾਲ ਸਮੂਹ ਉਤਾਲਾ। ਸਾਰੀਆਂ ਸੰਗਤਾਂ ਦੇ ਨਾਲ ਹੀ ਗੋਇੰਦਵਾਲ ਸਾਹਿਬ ਚੱਲ ਪਏ। ਗੱਜ ਕੇ ਆਖੋ ਵਾਹਿਗੁਰੂ। ਬਸ ਫਿਰ ਉਸ ਦਿਨ ਤੋਂ ਘਰ ਛੱਡ ਦਿੱਤਾ ਜੀ। ਅਸਲ ਵਿੱਚ ਜਿਸ ਮਹਾਨ ਪਦਵੀ ਤੇ ਪਹੁੰਚਣਾ ਹੋਵੇ ਨਾ, ਸਮਾਂ ਆਪੇ ਉਹਨੂੰ ਉੱਥੇ ਲੈ ਜਾਂਦਾ ਜੀ। ਸਮਾਂ ਆਪੇ ਉਹਨੂੰ ਉੱਥੇ ਲੈ ਜਾਂਦਾ। ਮਹਾਰਾਜ ਪਹੁੰਚ ਗਏ ਸੰਗਤ ਦੇ ਨਾਲ ਜੀ। ਹਾਂਜੀ, ਸਭ ਸੰਗਤ ਗੁਰ ਦਰਸ਼ਨ ਪਾਈ। ਸਾਰੀ ਸੰਗਤ ਨੇ ਮਹਾਰਾਜ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਕੁਸ਼ਕ ਕਾਲ ਰਹਿ ਬਿਦਾ ਸਿਧਾਈ। ਸੰਗਤਾਂ ਲਾਹੌਰ ਦੀਆਂ ਕੁਝ ਦਿਨ ਸੇਵਾ ਕਰਕੇ ਸਿਮਰਨ ਕਰਕੇ ਵਾਪਸ ਤੁਰ ਪਈਆਂ। ਹਾਂਜੀ, ਰਹਿਤ ਪਏ ਗੁਰ ਕੀਰ ਹਦੂਰਾ। ਪਰ ਗੁਰੂ ਰਾਮਦਾਸ ਜੀ ਦਾ ਉੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਸੇਵਾ ਦੇ ਵਿੱਚ ਇੰਨਾ ਮਨ ਲੱਗਾ, ਉਹਨਾਂ ਦਾ ਘਰ ਜਾਣ ਨੂੰ ਜੀ ਨਹੀਂ ਕੀਤਾ ਜੀ। ਇਹ ਵੀ ਸੰਸਕਾਰ ਹੋਣ ਫਿਰ। ਹਰ ਇੱਕ ਦਾ ਜੀ ਇੰਜ ਦਾ ਨਹੀਂ ਜੇ ਹੁੰਦਾ। ਵੇਖੋ ਕਈ ਗੁਰੂ ਘਰ ਆਉਂਦੇ ਆ, ਉਹਨਾਂ ਦਾ ਇੱਥੋਂ ਜਾਣ ਨੂੰ ਹੀ ਜੀ ਨਹੀਂ ਕਰਦਾ। ਤੇ ਕਈ ਸਾਧ ਸੰਗਤ ਪ੍ਰੇਮੀ ਐਸੇ ਹੁੰਦੇ ਆ, ਉਹਨਾਂ ਨੂੰ ਭੱਜੋ ਭੱਜੀ ਪਈ ਹੁੰਦੀ ਹੈ। ਕਸੂਰ ਦੋਵਾਂ 'ਚੋਂ ਕਿਸੇ ਦਾ ਨਹੀਂ ਹੈ। ਆਪਣੇ ਆਪਣੇ ਪੂਰਬਲੇ ਜਨਮਾਂ ਦੇ ਕਰਮਾਂ ਦਾ ਹਿਸਾਬ ਹੁੰਦਾ ਹੈ। ਮਹਾਰਾਜ ਦਾ ਐਸਾ ਮਨ ਲੱਗਾ, ਐਸਾ ਮਨ ਲੱਗਾ। ਸੰਗਤ ਲਾਹੌਰ ਵਾਪਸ ਚਲੇ ਗਈ। ਗੁਰੂ ਰਾਮਦਾਸ ਸਾਹਿਬ ਲਾਹੌਰ ਨਹੀਂ ਗਏ ਜੀ ਫਿਰ। ਹਾਂਜੀ, ਜੋ ਭਾਖੈ ਕਰ ਹੈ ਦ੍ਰਤਰੂਰਾ। ਬਸ ਗੁਰੂ ਸਾਹਿਬ ਮਹਾਰਾਜ ਦੀ ਸੇਵਾ ਵਿੱਚ ਲੱਗ ਗਏ। ਗੁਰੂ ਅਮਰਦਾਸ ਸਾਹਿਬ ਦ੍ਰਿਸ਼ਟੀ ਪਾਉਂਦੇ ਆ, ਵੇਖਦੇ ਆ। ਗੁਰੂ ਰਾਮਦਾਸ ਸਾਹਿਬ ਵੱਲ ਧਿਆਨ ਨਾਲ ਵੇਖਦੇ ਆ। ਜਿਹੜਾ ਕੰਮ ਕਹਿੰਦੇ ਆ ਗੁਰੂ ਰਾਮਦਾਸ ਸਾਹਿਬ ਉਸੇ ਵੇਲੇ ਕਰ ਦਿੰਦੇ ਆ। ਹਾਂਜੀ, ਲੰਗਰ ਸੇਵਾ ਸਰਬ ਸੋ ਕਰ ਹੈ। ਤੇ ਹੌਲੀ ਹੌਲੀ ਨਾ ਇੰਨਾ ਪਿਆਰ ਪੈ ਗਿਆ, ਲੰਗਰ ਵਿੱਚ ਸੇਵਾ ਕਰਨ ਲੱਗ ਪਏ ਪ੍ਰੇਮ ਨਾਲ ਜੀ। ਬੜੇ ਪ੍ਰੇਮ ਨਾਲ ਲੰਗਰ 'ਚ ਸੇਵਾ ਕਰਨੀ ਜੀ। ਹਾਂਜੀ, ਸਭ ਸੰਗਤ ਅਨੁਸਾਰੀ ਚਰ ਹੈ। ਜੋ ਕਿਸੇ ਪ੍ਰੇਮੀ ਨੇ ਕਹਿ ਦੇਣਾ ਨਾ ਵੀ ਰਾਮਦਾਸ ਇਹ ਕੰਮ ਇੰਜ ਕਰੋ, ਤੇ ਬਸ ਉਸੇ ਵੇਲੇ ਹੀ ਉਹ ਕੰਮ ਕਰ ਦੇਣਾ, ਨਾ ਨਹੀਂ ਕਰਨੀ ਜੀ। ਹਾਂਜੀ, ਇਤ ਤੇ ਭਈ ਔਰ ਸੁਨ ਕਾਨੀ। ਹਾਂਜੀ, ਮਹਲ ਕਹਿਓ ਜਿਮ ਗੁਰ ਪ੍ਰਤਬਾਨੀ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਮੈਂ ਇੱਕ ਕਥਾ ਸੁਣੀ ਹੈ, ਮੈਂ ਉਹ ਤੁਹਾਨੂੰ ਦੱਸਦਾ। ਇੱਕ ਦਿਨ ਗੁਰੂ ਅਮਰਦਾਸ ਸਾਹਿਬ ਜੀ ਦੇ ਮਹਿਲ ਮਹਾਰਾਜ ਦੇ ਪਤਨੀ ਜੀ ਮਹਾਰਾਜ ਨੂੰ ਕਹਿ ਰਹੇ ਸਨ। ਹਾਂਜੀ, ਮਹਾਰਾਜ ਸੁਨੀਏ ਬਚ ਮੇਰਾ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਮੇਰਾ ਬਚਨ ਸੁਣੋ ਆਪ। ਹਾਂਜੀ, ਭਾਨੀ ਵੱਡੀ ਭਈ ਮੈਂ ਹੇਰਾ। ਮਹਾਰਾਜ ਮੈਂ ਦੇਖਿਆ ਸਾਡੀ ਧੀ ਜਿਹੜੀ ਹੈ ਭਾਨੀ, ਉਹ ਵੱਡੀ ਹੋ ਰਹੀ ਹੈ। ਮਾਵਾਂ ਨੂੰ ਚਿੰਤਾ ਹੁੰਦੀ ਹੈ। ਹਾਂਜੀ, ਇਸ ਕੀ ਬਨ ਹੈ ਸਗਾਈ ਕਰੀ। ਹੁਣ ਸਾਨੂੰ ਸਾਡੀ ਧੀ ਦੀ ਸਗਾਈ ਕਰ ਦੇਣੀ ਚਾਹੀਦੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਇਮ ਮਾਤਾ ਤਬ ਗਿਰਾ ਉਚਰੀ। ਤੇ ਉਸ ਸਮੇਂ ਜਦੋਂ ਮਾਤਾ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਐਸੇ ਬਚਨ ਕਹੇ ਨਾ, ਹਾਂਜੀ, ਇਮ ਸੁਨ ਗੁਰ ਆਏ ਨਿਜ ਥਾਨਾ। ਬੈਠੇ ਬਾਰੀ ਬੀਚ ਧਿਆਨਾ। ਤੇ ਮਹਾਰਾਜ ਘਰੋਂ ਉੱਠ ਕੇ ਨਾ
ਤੇ ਆਪਣੇ ਘਰ ਵਿੱਚ ਜਿੱਥੇ ਸਤਿਗੁਰਾਂ ਦੇ ਘਰ ਦੀ ਬਾਰੀ ਸੀ, ਮਹਾਰਾਜ ਬਾਰੀ ਦੇ ਵਿੱਚ ਬੈਠ ਗਏ ਸੱਚੇ ਪਾਤਸ਼ਾਹ। ਆਉਂਦੀਆਂ ਜਾਂਦੀਆਂ ਸੰਗਤਾਂ ਦੇ ਦਰਸ਼ਨ ਹੁੰਦੇ ਸਨ। ਹਾਂਜੀ। ਵਿਪਰ ਬੁਲਾਏ ਕਹਿਓ ਸੁਨ ਪ੍ਰੋਧਾ, ਕਰੋ ਸਗਾਈ ਭਾਨੀ ਸੋਧਾ। ਤੇ ਉਸ ਸਮੇਂ ਮਾਤਾ ਜੀ ਨੇ ਜਿਹੜੇ ਲਾਗ ਕਰਾਉਂਦੇ ਸਨ ਉਹਨਾਂ ਨੂੰ ਆਖਿਆ ਸੱਦ ਕੇ ਵੀ ਕੋਈ ਲਾਗ ਵੇਖੋ, ਕੋਈ ਰਿਸ਼ਤਾ ਵੇਖੋ, ਸਾਡੀ ਧੀ ਦਾ ਰਿਸ਼ਤਾ ਕਰੀਏ। ਹਾਂਜੀ। ਸੁਨ ਦਿਜ ਕਹਿਓ ਕਿ ਸੁਨੋ ਕਿਰਪਾਲੂ, ਇਸ ਬਾਲ ਸਮ ਹੋਵੈ ਬਾਲੂ। ਗੱਜ ਕੇ ਆਖੋ ਵਾਹਿਗੁਰੂ। ਉਹਨੇ ਪੁੱਛਿਆ ਵੀ ਫਿਰ ਬਾਲ ਕਿਹੋ ਜਿਹਾ ਚਾਹੀਦਾ? ਤੇ ਸਾਧ ਸੰਗਤ ਜੀ ਗੁਰੂ ਰਾਮਦਾਸ ਸਾਹਿਬ ਸੇਵਾ ਲੰਗਰ ਦੀ ਕਰ ਰਹੇ ਸਨ, ਟੋਕਰੀ ਢੋ ਰਹੇ ਸਨ, ਲੰਘ ਰਹੇ ਸਨ। ਕੱਦ ਕਾਠ ਬੜਾ ਲੰਬਾ ਸੀ, ਦਾੜਾ ਲੰਬਾ ਸੀਗਾ, ਚਿਹਰਾ ਮੂਹਰਾ ਬੜਾ ਸੋਹਣਾ ਸੀ, ਉਤੋਂ ਰੱਬ ਦੀ ਮਿਹਰ ਧੁਰੋਂ ਹੀ। ਮਾਤਾ ਜੀ ਕਹਿਣ ਲੱਗੇ, ਕਹਿੰਦੇ ਇਸ ਬਾਲਕ ਵਰਗਾ ਬਾਲਕ ਹੋਵੇ ਤੇ ਠੀਕ ਹੈ। ਲਾਗੇ ਵੀ ਕਹਿਣ ਲੱਗਾ ਹਾਂ, ਇਸ ਬਾਲਕ ਵਰਗਾ ਬਾਲਕ ਹੋਵੇ ਫਿਰ ਠੀਕ ਹੈ। ਗੁਰੂ ਅਮਰਦਾਸ ਸਾਹਿਬ ਸੁਣ ਰਹੇ ਸਨ। ਹਾਂਜੀ। ਸੁਨ ਬਚ ਵਿਪਰ ਮੌਨ ਗਹਿਲੀਨੀ, ਇਸੈ ਬੁਲਾਵੋ ਗੁਰ ਕਹਿ ਦੀਨੀ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਫਿਰ ਬਚਨ ਕੀਤਾ। ਗੁਰਮੁਖ ਪਿਆਰੇ ਦੱਸਦੇ ਆ, ਮਹਾਰਾਜ ਕਹਿੰਦੇ ਫਿਰ ਇਸ ਬਾਲਕ ਵਰਗਾ ਜੇ ਚਾਹੀਦਾ ਹੈ ਨਾ, ਇਸ ਬਾਲਕ ਵਰਗਾ ਤੇ ਇਹੋ ਹੀ ਹੈ, ਇਹਦੇ ਵਰਗਾ ਦੂਜਾ ਨਹੀਂ ਕੋਈ ਹੈ। ਸੱਚੀ ਗੱਲ ਜੀ। ਅੱਜ ਤੱਕ ਗੁਰੂ ਅਮਰਦਾਸ ਜੀ ਦਾ ਉਹ ਬਚਨ ਸੱਚਾ ਜੇ ਪਿਆਰਿਓ, ਗੁਰੂ ਰਾਮਦਾਸ ਜੀ ਵਰਗਾ ਅੱਜ ਤੱਕ ਪੂਰੀ ਦੁਨੀਆ ਤੇ ਦੂਜਾ ਨਹੀਂ ਕੋਈ ਹੋਇਆ ਤੇ ਨਾ ਹੋਣਾ ਹੈ। ਦਰਬਾਰ ਸਾਹਿਬ ਵਰਗਾ ਕਿਤੇ ਘਰ ਕਿਸੇ ਦਾ ਨਹੀਂ। ਮਹਾਰਾਜ ਕਹਿੰਦੇ ਉਹਨੂੰ ਸੱਦ ਕੇ ਲੈ ਕੇ ਆਓ। ਹਾਂਜੀ। ਸੁਨ ਬਿਪ ਰਾਮਦਾਸ ਬੁਲਵਾਵਾ। ਉਹ ਬਚਨ ਸੁਣ ਕੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੱਦਿਆ ਗਿਆ। ਅਜੇ ਉਹ ਗੁਰਤਾ ਗੱਦੀ ਤੇ ਨਹੀਂ, ਆਮ ਬਾਲਕਾਂ ਵਰਗੇ ਹਨ। ਹਾਂਜੀ। ਆਏ ਗੁਰੂ ਢਿਗ ਸੀਸ ਨਿਵਾਵਾ। ਪਰ ਸੁਮਤ ਬੜੀ ਹੈ। ਆਏ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਿਆ ਜੀ। ਹਾਂਜੀ। ਹੱਥ ਜੋੜ ਬੈਠਿਓ ਗੁਰ ਪਾਸ। ਹੱਥ ਜੋੜੇ, ਹੱਥ ਜੋੜ ਕੇ ਸਤਿਗੁਰੂ ਜੀ ਦੇ ਲਾਗੇ ਬੈਠ ਗਏ ਜੀ। ਹਾਂਜੀ। ਅਮਰਦਾਸ ਗੁਰਬਾਕ ਪ੍ਰਕਾਸ਼। ਤੇ ਉਸ ਸਮੇਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਨਾ ਗੁਰੂ ਰਾਮਦਾਸ ਜੀ ਨੂੰ ਕਹਿਣ ਲੱਗੇ ਜੀ। ਹਾਂਜੀ। ਕਾਂਕੋ ਸੁੱਤ ਕੋ ਜਾਤ ਸਥਾਨਾ। ਪੁੱਤਰ ਤੁਸੀਂ ਕਿਹਦੇ ਪੁੱਤਰ ਹੋ? ਕਿੱਥੋਂ ਦੇ ਰਹਿਣ ਵਾਲੇ ਹੋ? ਕਾਹੋ ਮੋਹਿ ਢਿਗ ਸਭ ਵਿਧ ਨਾਨਾ। ਅੰਤਰਜਾਮੀ ਸੱਚੇ ਪਾਤਸ਼ਾਹ ਜਾਣਦੇ ਤੇ ਸਾਰਾ ਕੁਝ ਨੇ, ਪਰ ਇੱਕ ਦੁਨਿਆਵੀ ਰੀਤ ਕਰ ਰਹੇ ਆ। ਕਹਿੰਦੇ ਕਿੱਥੋਂ ਦੇ ਰਹਿਣ ਵਾਲੇ ਹੋ, ਸਾਨੂੰ ਸਾਰੀ ਗੱਲ ਦੱਸੋ। ਹਾਂਜੀ। ਸੋਡ ਬੰਸ ਲਵ ਪ੍ਰਭ ਪਬਾਸਾ, ਸੁਤ ਹਰਦਾਸ ਨਾਮ ਰਮਦਾਸਾ। ਤੇ ਕਹਿਣ ਲੱਗੇ ਮਹਾਰਾਜ ਸੋਢੀ ਬੰਸ ਹੈ ਸਾਡੀ। ਮਹਾਰਾਜ ਮੇਰੇ ਪਿਤਾ ਜੀ ਦਾ ਨਾਮ ਬਾਬਾ ਹਰਦਾਸ ਜੀ ਹੈ ਤੇ ਮਹਾਰਾਜ ਮੇਰਾ ਨਾਮ ਰਾਮਦਾਸ ਹੈ। ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਕਦੀ ਕਿਤੇ ਪ੍ਰੇਮ ਨਾਲ ਮਹਾਰਾਜ ਦਾ ਨਾਮ ਲੈ ਕੇ ਵੇਖੋ। ਗੁਰੂ ਰਾਮਦਾਸ ਜੀ ਦਾ ਨਾਮ ਕਿੰਨੀ ਨਿਮਰਤਾ ਨਾਲ ਭਰਿਆ ਹੋਇਆ ਜੀ। ਅਰਥ ਕੀ ਹੈ ਰਾਮਦਾਸ ਦੇ? ਸੋਚੋ, ਤੁਸੀਂ ਸਿਆਣੇ ਹੋ। ਰਾਮਦਾਸ ਦਾ ਮਤਲਬ ਕੀ ਹੈ? ਹਾਂਜੀ। ਰਾਮ ਦਾ ਦਾਸ, ਰਾਮ ਦਾ ਸੇਵਕ। ਤੇ ਨਾਮ ਕਿੰਨਾ ਵਧੀਆ ਜੀ, ਰਾਮਦਾਸ। ਰਾਮ ਕੌਣ? ਪਰਮੇਸ਼ਰ। ਤੇ ਸੁਖਮਣੀ ਸਾਹਿਬ ਵਿੱਚ ਮਹਾਰਾਜ ਨੇ ਇੱਕ ਥਾਂ ਤੇ ਆਖਿਆ ਵੀ ਹੈ, ਤਿਸਕਾ ਨਾਮ ਸਤ ਰਾਮਦਾਸ। ਪੂਰੇ ਪਦੇ ਵਿੱਚ ਰਾਮਦਾਸ ਦੇ ਲੱਛਣ ਦੱਸੇ ਮਹਾਰਾਜ ਨੇ ਜੀ। ਕਹਿਣ ਲੱਗੇ ਮਹਾਰਾਜ ਮੇਰਾ ਨਾਮ ਰਾਮਦਾਸਾ ਹੈ। ਹਾਂਜੀ। ਸੁਨ ਬਚ ਹਰਖੇ ਪਰਮ ਕਿਰਪਾਲਾ, ਲਿਖ ਪੱਤਰੀ ਲਵ ਪੁਰ ਤਤਕਾਲਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਜੀ।
ਬੱਚੇ ਦਾ ਨਾਮ ਬੜਾ ਵਧੀਆ। ਵੈਸੇ ਮਹਾਰਾਜ ਨੂੰ ਮਸਤਕ ਵੇਖ ਰਿਹਾ, ਚਿਹਰੇ ਦਾ ਜਲਾਲ ਦਿਸ ਰਿਹਾ, ਆਉਣ ਵਾਲਾ ਸਮਾਂ ਦਿਸ ਰਿਹਾ। ਸਤਿਗੁਰਾਂ ਨੇ ਪਹਿਲਾਂ ਹੀ ਬਚਨ ਕਰ ਦਿੱਤਾ ਸੀ, ਇਹਦੇ ਵਰਗਾ ਇਹੋ ਹੀ ਹੈ। ਹਾਂਜੀ। ਲੀਨ ਸਦਾਏ ਮਾਤ ਪਿਤ ਤਬੈ। ਲਾਹੌਰ ਤੋਂ ਮਾਤਾ ਪਿਤਾ ਨੂੰ ਸੱਦਿਆ ਗਿਆ, ਲਾਹੌਰ ਤੋਂ ਰਿਸ਼ਤੇਦਾਰ ਸੱਦੇ ਗਏ। ਹਾਂਜੀ। ਕਰੀ ਸਗਾਈ ਹਰਖਤ ਸਬੈ। ਬਸ ਸਾਰਿਆਂ ਦੇ ਵੇਖਦਿਆਂ ਧੰਨ ਗੁਰੂ ਅਮਰਦਾਸ ਸਾਹਿਬ ਜਗਤ ਗੁਰੂ ਆਪ ਪਰਮੇਸ਼ਰ ਆਪਣੀ ਬੱਚੀ ਦੇ ਨਾਲ ਸਗਾਈ ਕਰ ਦਿੱਤੀ। ਅੱਜ ਕਿਤੇ ਕਰਨਾ ਹੋਵੇ ਤੇ ਵੇਖੋ ਕਿੰਨਾ ਕੁਝ ਵੇਖਦੇ ਆ, ਤੇ ਪਿਆਰਿਓ ਸਿੱਖੀ ਨਹੀਂ ਜੇ ਵੇਖਦੇ। ਕਹਿੰਦੇ ਜੀ ਮੁੰਡਾ ਨੌਕਰੀ ਵਾਲਾ ਚਾਹੀਦਾ, ਦਾੜੀ ਭਾਵੇਂ ਕੱਟੀ ਵੀ ਹੋਵੇ ਤਾਂ ਵੀ ਸਰ ਜੇਗਾ ਜੀ। ਇਹਦਾ ਮਤਲਬ ਵਿਆਹ ਨੌਕਰੀ ਦੇ ਨਾਲ ਕਰ ਰਹੇ ਹੋ, ਸਿੱਖੀ ਨੂੰ ਵੇਖ ਕੇ ਨਾਤਾ ਨਹੀਂ ਤੁਸੀਂ ਜੋੜ ਰਹੇ। ਵੇਖੋ ਮਹਾਰਾਜ ਨੇ ਗੁਣ ਵੇਖੇ ਆ, ਨਾਲੇ ਮਹਾਰਾਜ ਤੇ ਅੰਤਰਜਾਮੀ ਸੱਚੇ ਪਾਤਸ਼ਾਹ ਪਹਿਲਾਂ ਹੀ ਸਾਰਾ ਕੁਝ ਜਾਣਦੇ ਆ। ਮਹਾਰਾਜ ਨੇ ਸਗਾਈ ਕਰ ਦਿੱਤੀ ਜੀ। ਹਾਂਜੀ। ਕੁਸ਼ਕ ਕਾਲ ਲੋ ਕਰਿਓ ਵਿਵਾਹਾ। ਸਬਨ ਹਿਨ ਬੀਨ ਭਇਓ ਉਤਸ਼ਾਹ। ਸਾਧ ਸੰਗਤ ਜੀ ਥੋੜਾ ਸਮਾਂ ਲੰਘਿਆ ਤੇ ਗੁਰੂ ਅਮਰਦਾਸ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਮਹਾਰਾਜ ਨੇ ਆਪਣੀ ਬੱਚੀ ਦਾ ਜਿਹੜਾ ਵਿਵਾਹ ਹੈ ਨਾ, ਉਹ ਰਾਮਦਾਸ ਜੀ ਦੇ ਨਾਲ ਕਰ ਦਿੱਤਾ ਹੈ ਜੀ। ਕੀ ਨਾਮ ਹੈ? ਸਾਡੇ ਸਤਿਕਾਰਯੋਗ ਮਾਤਾ ਭਾਨੀ ਜੀ। ਹਾਂਜੀ। ਤਿੰਨ ਕੋ ਬਿਦਾ ਕੀਨ ਲਵਪੁਰ ਕੋ। ਮਾਤਾ ਪਿਤਾ ਰਿਸ਼ਤੇਦਾਰਾਂ ਨੂੰ ਲਾਹੌਰ ਭੇਜ ਦਿੱਤਾ ਜੀ। ਪਾਸ ਰਹੇ ਅਨੁਗਾਮੀ ਗੁਰ ਕੋ। ਗੁਰੂ ਰਾਮਦਾਸ ਸਾਹਿਬ ਸ਼੍ਰੀ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਕੋਲ ਰੱਖ ਲਿਆ। ਹਾਂਜੀ। ਸੇਵਾ ਕਰੈ ਸਕਲ ਗੁਣ ਖਾਨੀ। ਹੁਣ ਰਾਮਦਾਸ ਜੀ ਬੜੇ ਪਿਆਰ ਨਾਲ ਸੇਵਾ ਕਰਦੇ ਆ। ਹਾਂਜੀ। ਜੋ ਭਾਖੈ ਗੁਰ ਆਏ ਸਮਾਨੀ। ਜੋ ਮਹਾਰਾਜ ਆਗਿਆ ਕਰ ਦਿੰਦੇ ਆ ਨਾ, ਰਾਮਦਾਸ ਜੀ ਬੜੇ ਪਿਆਰ ਨਾਲ ਉਹ ਕਾਰਜ ਕਰਦੇ। ਗੱਜ ਕੇ ਆਖੋ ਵਾਹਿਗੁਰੂ। ਆਗਿਆ ਮੰਨਣ ਵਾਲਾ ਹੀ ਭਾਉਂਦਾ, ਚੰਗਾ ਲੱਗਦਾ। ਹਾਂਜੀ। ਯਾ ਬਿਦ ਸੰਮਤ ਬਹੁਤ ਬਿਤਾਏ। ਇਸ ਤਰੀਕੇ ਨਾਲ ਕਈ ਸਾਲ ਲੰਘ ਗਏ ਜੀ। ਕਮਾਲ ਦੀ ਗੱਲ ਇਹ ਹੈ, ਗੁਰੂ ਰਾਮਦਾਸ ਸਾਹਿਬ ਜਵਾਈ ਭਾਈ ਹਨ। ਜਵਾਈ ਭਾਈ ਹੋਣ ਦੇ ਬਾਵਜੂਦ ਵੀ ਗੁਰੂ ਘਰ ਦੀ ਇੱਕ ਆਮ ਸੇਵਾਦਾਰ ਬਣ ਕੇ ਸੇਵਾ ਕਰਦੇ। ਗੱਜ ਕੇ ਆਖੋ ਵਾਹਿਗੁਰੂ। ਆਮ ਸੇਵਾਦਾਰ ਬਣ ਕੇ ਸੇਵਾ ਕਰਦੇ ਆ ਸਾਧ ਸੰਗਤ ਜੀ। ਕਦੀ ਨਹੀਂ ਮਾਣ ਕੀਤਾ ਵੀ ਮੈਂ ਜਵਾਈ ਭਾਈ ਆ, ਮੇਰੇ ਲਈ ਮੰਜਰਾ ਚਾਹੀਦਾ ਵੱਖਰਾ, ਮੇਰੇ ਲਈ ਬਿਸਤਰਾ ਵੱਖਰਾ ਚਾਹੀਦਾ। ਨਹੀਂ, ਆਮ ਸੇਵਾਦਾਰ ਬਣ ਕੇ ਸੇਵਾ ਕੀਤੀ ਜੀ। ਹਾਂਜੀ। ਯਾ ਬਿਦ ਸੰਮਤ ਬਹੁਤ ਬਿਤਾਏ। ਸੇਵਾ ਕਰਤ ਸਕਲ ਹਰ ਖਾਏ। ਇਸ ਤਰੀਕੇ ਨਾਲ ਬੜੇ ਸਾਲ ਕੱਢ ਲਏ ਜੀ। ਲੋਕ ਬੜੇ ਖੁਸ਼ ਹੁੰਦੇ ਵੇਖ ਵੇਖ ਕੇ, ਕੈਸਾ ਜਵਾਈ ਹੈ। ਹਾਂਜੀ। ਸੰਮਤ 16 7 1 4 ਜਨਮਿਓ ਪ੍ਰਿਥਿਆ ਪ੍ਰਥਮ ਹੰਕਾਰੀ। ਤੇ 1605 ਸੰਮਤ ਵਿੱਚ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਉਹਨਾਂ ਦੇ ਵੱਡੇ ਪੁੱਤਰ ਦਾ ਜਨਮ ਹੋਇਆ, ਜਿਹਦਾ ਨਾਮ ਰੱਖਿਆ ਗਿਆ ਪ੍ਰਿਥਿਆ। ਜਨਮਿਓ ਪ੍ਰਿਥਿਆ ਪ੍ਰਥਮ ਹੰਕਾਰੀ। ਪਰ ਕਹਿੰਦੇ ਕੋਈ ਪਿਛਲੇ ਜਨਮਾਂ ਤੋਂ ਹੀ ਉਹਨੂੰ ਹਉਮੈ ਦਾ ਰੋਗ ਲੱਗਾ ਹੋਇਆ ਸੀਗਾ ਜੀ। ਕੋਈ ਇੰਨਾ ਪੂਰਬਲਾ ਵਧੀਆ ਕਰਮ ਸੀਗਾ, ਜਨਮ ਗੁਰੂ ਰਾਮਦਾਸ ਜੀ ਦੇ ਘਰ ਹੋ ਗਿਆ ਜੀ। ਹਾਂਜੀ। ਹਿਰਦੈ ਆਨੰਦਤ ਦੰਪਤ ਹੋਇ ਕੈ। ਪ੍ਰਤਪਾਰਿਓ ਬਹੁ ਲਾਡ ਲੜੈ ਕੈ। ਤੇ ਮਾਤਾ ਭਾਨੀ ਜੀ ਨੇ, ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਬੜੇ ਆਨੰਦਮਈ ਜੀਵਨ ਦੇ ਨਾਲ ਉਸ ਪੁੱਤਰ ਨੂੰ ਪਾਲਿਆ। ਪਾਲ ਕੇ ਵੱਡਾ ਕਰਦੇ ਆ, ਲਾਡ ਲਡਾਉਂਦੇ ਆ। ਸਮਾਂ ਬਿਤਾਇਓ ਕੇਤਿਕ ਧਾਮ। ਸਮਾਂ ਬਤੀਤ ਹੋਇਆ, ਕੁਝ ਸਮਾਂ ਲੰਘ ਗਿਆ। ਹਾਂਜੀ। ਜਨਮਿਓ ਮਹਾਦੇਵ ਅਭਿਰਾਮ। ਤੇ ਪਿਆਰਿਓ, ਮਾਤਾ ਭਾਨੀ ਜੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਦੂਸਰੇ ਪੁੱਤਰ ਦਾ ਜਨਮ ਹੋਇਆ, ਜਿਨ੍ਹਾਂ ਦਾ ਨਾਮ ਬਾਬਾ ਮਹਾਦੇਵ ਜੀ ਰੱਖਿਆ ਗਿਆ। ਕੱਜ ਕੇ ਆਖੋ ਵਾਹਿਗੁਰੂ। ਮਹਾਦੇਵ ਨਾਮ ਰੱਖਿਆ ਗਿਆ, ਮਹਾਦੇਵ ਜੀ। ਸਿੱਖ ਸੰਗਤਾਂ ਨੂੰ ਬਾਬਾ ਮਹਾਦੇਵ ਜੀ ਦਾ ਬਹੁਤ ਘੱਟ ਪਤਾ ਹੈ। ਹਾਂਜੀ।
ਸੰਮਤ ਖੋੜਸ ਸਵੈ ਅਰ ਅਸ਼ਟ ਹਾਂਜੀ। ਪ੍ਰਿਤਪਾਰੇ ਦੋਨੋਂ ਕਰ ਪੁਸ਼ਟ। ਹੁਣ ਸੰਮਤ 1608 ਵਿੱਚ ਦੋਵੇਂ ਪੁੱਤਰ ਜਿਹੜੇ ਆ ਉਹਨਾਂ ਨੂੰ ਪਾਲਿਆ, ਸਰੀਰ ਕਰਕੇ ਤਗੜੇ ਹੋਏ ਜੀ। ਬਾਬਾ ਪ੍ਰਿਥੀਆ ਜੀ ਵੀ, ਬਾਬਾ ਮਹਾਦੇਵ ਜੀ ਵੀ। ਹਾਂਜੀ। 16 ਸਹਿ 10 ਉੱਪਰ ਭਏ ਵਦੀ ਵਿਸਾਖ ਸੰਪਤਮੀ ਬੀਏ। ਤੇ ਸਮਾਂ ਆਇਆ 1610 ਈਸਵੀ ਆਈ ਜੀ। ਵਾਹਿਗੁਰੂ ਸੰਮਤ ਆਈ ਜੀ। ਸੰਮਤ 1610 ਵਿਸਾਖ ਵਦੀ ਦੀ ਸਪਤਮੀ ਤਰੀਕ ਹੈ। ਹਾਂਜੀ। ਮੇਖ ਪ੍ਰਵਿਸ਼ਟੇ 8-10 ਕੇਰਾ ਮੰਗਲਵਾਰ ਲਗਨ ਸ਼ੁਭ ਹੇਰਾ। ਭਾਵ ਵਿਸਾਖ ਦਾ ਮਹੀਨੇ ਚੜ੍ਹੇ ਨੂੰ 18 ਦਿਨ ਹੋ ਗਏ ਆ। 18 ਦਿਨ ਹੋ ਗਏ। ਮੰਗਲਵਾਰ ਦਾ ਦਿਨ ਹੈ। ਹਾਂਜੀ। ਜੁਗਮੰ ਜਾਮ ਜਾਮਨੀ ਜਬੈ ਹੋਤੋ ਨਛਤਰ ਰੋਹਣੀ ਤਬੈ। ਕਹਿਣ ਲੱਗੇ ਰੋਹਣੀ ਨਛੱਤਰ ਸੀਗਾ। ਰੋਹਣੀ ਨਛੱਤਰ ਅੰਮ੍ਰਿਤ ਵੇਲੇ ਦਾ ਸਮਾਂ ਸੀਗਾ। 2 ਪਹਿਰ ਰਾਤ ਲੰਘ ਚੁੱਕੀ ਸੀਗੀ ਤੇ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਸੀ। ਰੋਹਣੀ ਨਛੱਤਰ ਦਾ ਸਮਾਂ ਚੱਲ ਰਿਹਾ ਸੀ। ਸ਼੍ਰੀ ਗੁਰ ਅਰਜਨ ਕੁਲ ਨਭ ਚੰਦ ਲੀਨੋ ਜਨਮ ਆਨੰਦ ਬਿਲੰਦ। ਤੇ ਪਿਆਰਿਓ, ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਜੀ। ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਆਪ ਪਰਮੇਸ਼ਰ ਦਾ ਰੂਪ ਨੇ। ਭਗਤ ਵੀ ਲਿਖਿਆ ਗੁਰਬਾਣੀ 'ਚ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਵੀ ਲਿਖਿਆ। ਗੱਜ ਕੇ ਆਖੋ ਵਾਹਿਗੁਰੂ। ਰੱਬ ਰੂਪ ਆਖਿਆ। ਤੇ ਬਾਣੀ ਇਹ ਵੀ ਕਹਿੰਦੀ ਹੈ, ਜੰਮਿਆ ਪੂਤ ਭਗਤ ਗੋਬਿੰਦ ਕਾ, ਜੰਮਿਆ ਪੂਤ ਭਗਤ ਗੋਬਿੰਦ ਕਾ। 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 ਭਾਵੇਂ 6ਵੇਂ ਪਾਤਸ਼ਾਹ ਬਾਰੇ ਵੀ ਬਚਨ ਲਿਖਿਆ, ਪਰ ਬਾਣੀ ਇਹ ਵੀ ਕਹਿੰਦੀ ਹੈ ਨਾ ਵੀ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਏ। ਭਗਤ ਨੇ ਆਪ ਪਰਮੇਸ਼ਰ ਦਾ ਰੂਪ ਨੇ। ਸੋ ਸੰਗਤ ਜੀ, ਵਿਸਾਖ ਦੀ ਵਧੀ ਸਪਤਮੀ ਦਾ ਦਿਨ, 18 ਵਿਸਾਖ ਵਾਲੇ ਦਿਨ ਮੰਗਲਵਾਰ ਦਾ ਦਿਨ ਹੈ। ਰੋਹਿਣੀ ਨਛੱਤਰ ਅੰਮ੍ਰਿਤ ਵੇਲੇ ਧੰਨ ਗੁਰੂ ਅਰਜਨ ਦੇਵ ਜੀ ਦਾ ਆਗਮਨ ਹੋਇਆ। ਹਾਂਜੀ। ਸ਼੍ਰੀ ਗੁਰ ਅਰਜਨ ਕੁਲ ਨਭ ਚੰਦ। ਕਹਿਣ ਲੱਗੇ ਗੁਰੂ ਅਰਜਨ ਸਾਹਿਬ ਪਤਾ ਕੌਣ ਨੇ? ਇਹ ਵੀ ਸੋਢੀਆਂ ਦੇ ਕੁੱਲ 'ਚ ਚੰਦ ਹੀ ਪੈਦਾ ਹੋਏ ਹੈ। ਹਾਂਜੀ। ਲੀਨੋ ਜਨਮ ਆਨੰਦ ਬਿਲੰਦ। ਜਦੋਂ ਇਹਨਾਂ ਦਾ ਆਗਮਨ ਹੋਇਆ ਉਦੋਂ ਵੀ ਬੜਾ ਆਨੰਦ ਛਾਇਆ ਜੀ। ਜਦੋਂ ਕੋਈ ਮਹਾਨ ਰੂਹ ਆਉਂਦੀ ਹੈ ਨਾ, ਉਹਦੇ ਆਉਂਦਿਆਂ ਆਨੰਦ ਸ਼ੁਰੂ ਹੋ ਜਾਂਦਾ ਜੀ। ਹਾਂਜੀ। ਸਦਨ ਨਾਨਕੇ ਭਏ ਵਡੇਰੇ। ਹੁਣ ਤਿੰਨੋਂ ਹੀ ਭਰਾ ਆਪਣੇ ਨਾਨਕੇ ਰਹਿ ਕੇ ਵੱਡੇ ਹੋਏ ਜੀ। ਹਾਂਜੀ। ਬਾਲ ਆਰਬਲ ਤਰਨ ਸੋ ਫੇਰੇ। ਬਾਲ ਆਰਬਲ ਹੈ ਭਾਵ ਬਚਪਨ ਵਾਲੀ ਉਮਰ ਹੈ। ਇੱਥੇ ਹੀ ਰਹਿ ਕੇ ਹੌਲੀ ਹੌਲੀ ਜਵਾਨ ਦੀ ਅਵਸਥਾ ਪ੍ਰਾਪਤ ਹੋਈ ਜੀ। ਵਿਆਹ ਆਦ ਮੰਗਲ ਜੇ ਨਾਨਾ ਹੋਏ ਗੋਂਦਵਾਲ ਮਹਾਨਾ। ਕਹਿੰਦੇ ਜਿਹੜਾ ਵਿਆਹ ਹੈ ਨਾ, ਉਹ ਵੀ ਗੋਇੰਦਵਾਲ ਸਾਹਿਬ ਰਹਿੰਦਿਆਂ ਹੀ ਹੋਇਆ ਜੀ। ਬਾਬਾ ਪ੍ਰਿਥੀਆ ਜੀ ਦਾ ਹੋਇਆ, ਬਾਬੇ ਮਹਾਦੇਵ ਨੇ ਨਹੀਂ ਸੀ ਕਰਾਇਆ ਜੀ। ਉਹ ਕਹਿੰਦੇ ਸੀ ਮੈਂ ਇੰਝ ਹੀ ਰਹਿਣਾ, ਭਗਤੀ ਕਰਨੀ ਪਰਮੇਸ਼ਰ ਦੀ। ਹਾਂਜੀ। ਮਹਿਲਾ ਗੰਗਾ ਅਰਜਨ ਪਿਆਰੀ ਰਹੇ ਆਨੰਦ ਸਦਾ ਸੁਖਕਾਰੀ। ਗੁਰੂ ਅਰਜਨ ਸਾਹਿਬ ਜੀ ਦਾ ਵੀ ਆਨੰਦ ਕਾਰਜ ਹੋਇਆ। ਕਿਹਦੇ ਨਾਲ? ਜਗਤ ਮਾਤਾ ਧੰਨ ਮਾਤਾ ਗੰਗਾ ਜੀ ਦੇ ਨਾਲ ਜੀ। ਹਾਂਜੀ। ਦੋਹਰਾ अर्जुन को अकबर को मंत्री हुतो विप्र बीरबल नाम। ਹਾਂਜੀ। पश्चिम दिशा मुहिम कर ਚੜਿਓ ਜੀਤ ਬੇਕਾਮ। ਇੱਧਰ ਫਿਰ ਗੁਰੂ ਰਾਮਦਾਸ ਸਾਹਿਬ ਜੀ ਵੀ ਸੇਵਾ ਵਿੱਚ ਲੱਗੇ ਆ, ਪਰਿਵਾਰ ਵੀ ਸੇਵਾ 'ਚ ਲੱਗ ਗਿਆ।
ਗੁਰੂ ਅਮਰਦਾਸ ਸਾਹਿਬ ਗੁਰਤਾ ਗੱਦੀ ਤੇ ਸੁਭਾਏਮਾਨ ਨੇ। ਉਧਰ ਅਕਬਰ ਦਾ ਇੱਕ ਮੰਤਰੀ ਹੈ ਜੀ, ਜਿਹਦਾ ਨਾਮ ਬੀਰਬਲ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਬੀਰਬਲ ਦੇ ਸਿਆਣਪ ਦੇ ਕਿੱਸੇ ਲੋਕ ਬਹੁਤ ਸੁਣਾਉਂਦੇ, ਤੇ ਮੈਨੂੰ ਲੱਗਦਾ ਜਿਵੇਂ ਬਣਾਏ ਹੀ ਹੁੰਦੇ ਨਹੀਂ ਹੈ ਜੀ। ਬੀਰਬਲ ਨੂੰ ਲੋਕ ਬੜਾ ਸਿਆਣਾ ਕਹਿੰਦੇ ਆ। ਹਾਂਜੀ। ਪਸ਼ਚਮ ਦਿਸ਼ਾ ਮੁਹਿੰਮ ਕਰ ਚੜਿਓ ਜੀਤ ਬੇਕਾਮ। ਉਹ ਅਕਬਰ ਕੋਲੋਂ ਆਗਿਆ ਲੈ ਕੇ ਤੇ ਹਿੰਦੁਸਤਾਨ ਦਾ ਪਸ਼ਚਮ ਵਾਲਾ ਜਿਹੜਾ ਪਾਸਾ ਹੈ ਨਾ, ਉਸ ਪਾਸੇ ਜੰਗ ਕਰਨ ਜਾ ਰਿਹਾ ਸੀਗਾ। ਹਾਂਜੀ। ਚੌਪਈ ਰੱਖੈ ਸ਼ਾਹ ਤਿਸ ਸੰਗ ਸਨੇਹੂ। ਹੁਣ ਅਕਬਰ ਜਿਹੜਾ ਉਹਦਾ ਬੀਰਬਲ ਨਾਲ ਪਿਆਰ ਬਹੁਤ ਹੈ ਜੀ। ਹਾਂਜੀ। ਪ੍ਰਿਥਕ ਨਾ ਹੋਣ ਦੇਤ ਕਬ ਕੇਹੂ। ਅਕਬਰ ਬੀਰਬਲ ਨੂੰ ਵੱਖ ਨਹੀਂ ਹੋਣ ਦਿੰਦਾ ਜੀ ਆਪਣੇ ਆਪ ਤੋਂ। ਹਾਂਜੀ। ਹੋਣਹਾਰ ਜਬ ਤੇ ਸਿਰ ਆਈ। ਪਰ ਕਹਿੰਦੇ ਜਦੋਂ ਹੋਣੀ ਕਿਸੇ ਦੇ ਸਿਰ ਤੇ ਆ ਜਾਏ, ਹਾਂਜੀ, ਕਹਿਤ ਪਇਓ ਮੈਂ ਕਰੂੰ ਚੜਾਈ। ਤੇ ਫਿਰ ਨਹੀਂ ਉਹ ਬੰਦਾ ਟਲਦਾ ਜੀ। ਅਕਬਰ ਜਿਹੜਾ ਸੀ ਉਹ ਸਾਂਭ ਰੱਖਦਾ ਸੀ, ਪਰ ਬੀਰਬਲ ਕਹਿੰਦਾ ਪਸ਼ਚਮ ਨੂੰ ਮੈਂ ਜੰਗ ਕਰਨ ਜਾਣੀ ਹੈ। ਹੋਣੀ ਉਹਦੇ ਸਿਰ ਤੇ ਆ ਕੇ ਨੱਚ ਰਹੀ ਸੀ। ਕਹਿੰਦਾ ਮੈਂ ਜਾ ਕੇ ਚੜ੍ਹਾਈ ਕਰਾਂਗਾ ਪਸ਼ਚਮ ਵਾਲੇ ਪਾਸੇ। ਹਾਂਜੀ। ਸਕਲ ਮਵਾਸ ਤੋਰ ਕਰ ਆਵੋ। ਮੈਂ ਜਿੰਨੇ ਉੱਥੋਂ ਦੇ ਆਕੀ ਬੰਦੇ ਆ ਉਹਨਾਂ ਨੂੰ ਮੈਂ ਜਾ ਕੇ ਆਪਣਾ ਬੰਦੀ ਬਣਾਵਾਂਗਾ। ਹਾਂਜੀ। ਬਾਰ ਕੋ ਝਗਰ ਚੁਕਾਵੋ। ਬਾਰ ਪਸ਼ਚਮ ਚੋਂ ਬਗਾਵਤ ਹੁੰਦੀ ਹੈ, ਮੈਂ ਝਗੜਾ ਹੀ ਮੁਕਾ ਆਉਣਾ ਹੈ। ਹਾਂਜੀ। ਸੁਨ ਅਕਬਰ ਬਹੁ ਭਇਓ ਪ੍ਰਸੰਨ। ਅਕਬਰ ਬੜਾ ਖੁਸ਼ ਹੋਇਆ। ਹਾਂਜੀ। ਕਹਿਓ ਬੀਰਬਲ ਕੋ ਤੁਮ ਧਨ। ਬੀਰਬਲ ਨੂੰ ਕਹਿੰਦਾ ਤੂੰ ਧਨ ਹੈ, ਤੂੰ ਤੇ ਬੜਾ ਸਿਆਣਾ ਹੈ, ਲੈ ਜਾ ਫੌਜਾਂ। ਹਾਂਜੀ। ਤੋਹੇ ਗਏ ਬਿਨ ਕਾਜ ਨਾ ਸਰੈ। ਹੋ ਸਕਦਾ ਇਸ ਵਾਰ ਤੂੰ ਕੰਮ ਸਵਾਰ ਆਵੇਂ, ਤੇਰੇ ਤੋਂ ਬਗੈਰ ਕੰਮ ਨਾ ਬਣਦਾ ਹੋਵੇ। ਔਰ ਕੁਮਤ ਕਰ ਕੋਈ ਨਾ ਅਰੈ। ਬਾਕੀ ਉਹ ਬੜੇ ਭੈੜੀ ਮੱਤ ਵਾਲੇ ਆ, ਪਰ ਤੇਰੇ ਅੱਗੇ ਨਹੀਂ ਉਹ ਅੜ ਸਕਦੇ। ਹਾਂਜੀ। ਬਹੁ ਸੈਨਾ ਇਸ ਸੰਗ ਚੜਾਈ। ਅਕਬਰ ਨੇ ਬੜੀ ਸੈਨਾ ਬੀਰਬਲ ਨੂੰ ਦਿੱਤੀ ਜੀ ਪਸ਼ਚਮ ਨੂੰ ਜਾਣ ਵਾਸਤੇ। ਤੋਪ ਰਹਿ ਕਲਾ ਦੇ ਸਮਦਾਈ। ਤੋਪਾਂ ਵੱਡੀ ਗਿਣਤੀ ਵਿੱਚ ਨਾਲ ਦਿੱਤੀਆਂ, ਫੌਜਾਂ ਨਾਲ ਦਿੱਤੀਆਂ। ਪਿਖ ਸਮਾਜ ਹੰਕਾਰਿਓ ਵਿਪਰ। ਹੁਣ ਉਹ ਬੀਰਬਲ ਜਿਹੜਾ ਸੀ ਬ੍ਰਾਹਮਣ ਸੀਗਾ, ਜਦੋਂ ਉਹਨੇ ਵੇਖੀਆਂ ਤੋਪਾਂ ਫੌਜਾਂ, ਬੀਰਬਲ ਨੂੰ ਮਾਣ ਹੋ ਗਿਆ ਆਪਣੇ ਤੇ। ਕਹੈ ਹਤੋਂ ਸ਼ਤਰੂਗਨ ਛਿਪਰ। ਕਹਿੰਦਾ ਮੈਂ ਇਸ ਵਾਰ ਵੈਰੀਆਂ ਨੂੰ ਮਾਰ ਕੇ ਹੀ ਆਉਣਾ ਹੈ। ਹਾਂਜੀ। ਅਕਬਰ ਹਰਖਤ ਬਾਕ ਬਖਾਨਾ ਲਿਖ ਕਰ ਪਾਨ ਦਿਓ ਪਰਵਾਨਾ। ਅਕਬਰ ਨੇ ਖੁਸ਼ ਹੋ ਕੇ ਨਾ ਬੀਰਬਲ ਦੇ ਹੱਥ ਵਿੱਚ ਇੱਕ ਚਿੱਠੀ ਦਿੱਤੀ ਜੀ, ਆਪਣਾ ਹੁਕਮ ਲਿਖ ਕੇ ਦਿੱਤਾ ਇੱਕ। ਹਾਂਜੀ। ਖੱਤਰੀ ਜਾਤ ਜਿਤਕ ਦਿਸ ਜੇਸ਼ ਗ੍ਰਾਮ ਕੇ ਨਰਤ ਬਸੰਤ ਅਸ਼ੇਸ਼। ਵੀ ਜਿੰਨੇ ਖੱਤਰੀ ਨੇ, ਭਾਵੇਂ ਕੋਈ ਪਿੰਡ 'ਚ ਰਹਿੰਦਾ, ਭਾਵੇਂ ਕੋਈ ਸ਼ਹਿਰ ਵਿੱਚ ਰਹਿੰਦਾ, ਹਾਂਜੀ, ਇੱਕ ਕਰ ਏਕ ਰਜਤ ਪਣਦਾ ਹੈ। ਸਾਰੇ ਇੱਕ ਰੁਪਈਆ ਬੀਰਬਲ ਨੂੰ ਦੇਣਗੇ। ਗੱਜ ਕੇ ਆਖੋ ਵਾਹਿਗੁਰੂ। ਉਦੋਂ 1 ਰੁਪਈਏ ਦੀ ਬੜੀ ਕੀਮਤ ਸੀਗੀ। ਇੱਕ ਅਸਲ 'ਚ ਰਜਤ ਪਣ ਮੋਹਰ ਹੁੰਦੀ ਹੈ। ਇਹ ਸਾਰੇ ਬੀਰਬਲ ਨੂੰ ਦੇਣਗੇ। ਮਿਲੈ ਤੋਹੇ ਨਮਰੇ ਸਿਰ ਕੈ ਕੈ। ਇਹ ਲਿਖ ਦਿੱਤਾ ਵੀ ਸਾਰੇ ਨੀਵੇਂ ਹੋ ਕੇ ਬੀਰਬਲ ਨੂੰ ਮਿਲੋ। ਹਾਂਜੀ। ਇਮ ਸਭ ਲਿਖਤ ਦਈ ਕਰ ਹਾਥ ਲਈ ਬੀਰਬਲ ਹੋਏ ਮਦ ਸਾਥ। ਦਿੱਲੀ ਤੇ ਚੜ ਕਰ ਆਇਓ ਬੜ ਲਸ਼ਕਰ ਜੇ ਸੰਗ ਸਿਧਾਇਓ। ਹੁਣ ਬੀਰਬਲ ਦਿੱਲੀ ਤੋਂ ਤੁਰਿਆ, ਫੌਜਾਂ ਲੈ ਕੇ, ਤੋਪਾਂ ਲੈ ਕੇ, ਹਥਿਆਰ ਲੈ ਕੇ, ਨਾਲ ਜਿੰਨੇ ਖੱਤਰੀ ਰਾਹ 'ਚ ਮਿਲਦੇ ਉਹਨਾਂ ਕੋਲ ਰੁਪਈਆ ਵੀ ਲਈ ਜਾਂਦਾ ਸੀ। ਹਾਂਜੀ। ਜਾਏ ਦੇਸ਼ ਜਿਸ ਉਤਰੈ ਸੋਏ ਖੱਤਰੀ ਆਨ ਮਿਲੈ ਸਭ ਕੋਏ। ਉਹ ਜਿਸ ਪਾਸੇ ਵੀ ਜਾਂਦਾ ਸੀ ਨਾ, ਖੱਤਰੀ ਆ ਕੇ ਬੀਰਬਲ ਨੂੰ ਮਿਲਦੇ ਸਨ, ਉਹਦੇ ਅੱਗੇ ਝੁਕਦੇ, ਕਿਉਂ ਬਾਦਸ਼ਾਹ ਦਾ ਹੁਕਮ ਸੀਗਾ। ਹਾਂਜੀ। ਗਿਣ ਕਰਨ ਰਜਤ ਪਣ ਦੇਤ। ਮਤਲਬ ਗਿਣ ਕੇ ਮੋਹਰਾਂ ਦਿੰਦੇ ਸਨ ਉਹਨੂੰ। ਖੋਜ ਤਿਸਕੇ ਨਰ ਲੇਤ। ਉਹ ਕੀ ਕਰਦਾ ਸੀ ਬੀਰਬਲ, ਜਿਹੜਾ ਨਹੀਂ ਸੀ ਨਾ ਦਿੰਦਾ ਧੱਕੇ ਨਾਲ ਲੈ ਲੈਂਦਾ ਸੀਗਾ, ਕਿਉਂ ਰਾਜੇ ਦਾ ਹੁਕਮ ਸੀ ਉੱਤੋਂ।
ਹਾਂਜੀ ਇਮਹੀ ਕਰਤ ਲਏ ਭਟ ਭੀਰ। ਉਹ ਇਸ ਤਰ੍ਹਾਂ ਕਰਦਿਆਂ ਕਰਦਿਆਂ ਕਿੰਨੀਆਂ ਫੌਜਾਂ ਨਾਲ ਲੈ ਕੇ ਉਤਰਿਓ ਆਨ ਬੇਪਾਸਾ ਤੀਰ। ਤੇ ਗੋਇੰਦਵਾਲ ਸਾਹਿਬ ਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਤੇ ਗੋਇੰਦਵਾਲ ਸਾਹਿਬ ਕੌਣ ਹੈ? ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਫੌਜਾਂ ਲੈ ਕੇ ਉਹ ਗੋਇੰਦਵਾਲ ਸਾਹਿਬ ਨੂੰ ਆ ਗਿਆ। ਹਾਂਜੀ ਕਰੀ ਸਕੇਲਨ ਤਰਨੀ ਘਨੀ। ਹਾਂਜੀ। ਤਰ ਕਰ ਪਾਰ ਪਰੀ ਸਭ ਅਨੀ। ਪਹਿਲਾਂ ਦਰਿਆ ਪਾਰ ਕੀਤਾ ਬੇੜੀਆਂ ਦੇ ਨਾਲ। ਹਾਂਜੀ ਗੋਇੰਦਵਾਲ ਸਿਵਰ ਕੋ ਘਾਲਾ। ਬ੍ਰਾਹਮਣ ਬੀਰਬਲ ਜਿਹੜਾ ਸੀਗਾ ਉਹਨੇ ਫਿਰ ਗੋਇੰਦਵਾਲ ਸਾਹਿਬ ਤੰਬੂ ਕਨਾਤਾਂ ਲਾਈਆਂ, ਆਸੇ ਪਾਸੇ ਫੌਜਾਂ ਦੇ ਨਾਲ ਘੇਰਿਆ ਗਿਆ ਗੋਇੰਦਵਾਲ ਸਾਹਿਬ। ਹਾਂਜੀ ਵਿਪਰ ਬੀਰਬਲ ਚਮੂ ਵਿਸਾਲਾ। ਪੁਰਮੈ ਪ੍ਰਵੇਸ਼ੇ ਨਰਮਤਹੀਨ। ਉਹ ਜਿਹੜੇ ਕੁਝ ਬੰਦੇ ਸਿਪਾਹੀ ਸੀ ਨਾ, ਉਹ ਗੋਇੰਦਵਾਲ ਸਾਹਿਬ ਦੇ ਅੰਦਰ ਵੜ ਗਏ। ਹੁਣ ਅੰਦਰ ਕਥਾ ਕੀਰਤਨ ਹੁੰਦਾ, ਫੌਜਾਂ ਦਾ ਕੰਮ ਹੀ ਨਹੀਂ ਹੈ। ਹਾਂਜੀ ਘਰ ਖੱਤਰੀਨ ਖੋਜ ਕਰ ਲੀਨ। ਉਹ ਖੱਤਰੀਆਂ ਦੇ ਘਰ ਲੱਭਦੇ ਆ ਵੀ ਕਿਹੜਾ ਕਿਹੜਾ ਖੱਤਰੀ ਹੈ, ਉਹਦੇ ਕੋਲੋਂ ਪੈਸੇ ਲਈਏ। ਹਾਂਜੀ ਆਏ ਦੀਵਾਨ ਬੀਰਬਲ ਬੈਠਾ। ਮਿਲੋ ਸਕਲ ਦੇ ਕਰ ਤੁਮ ਭੇਟਾ। ਉਹਦੇ ਫੌਜੀ ਗੋਇੰਦਵਾਲ ਸਾਹਿਬ ਗਲੀ ਗਲੀ ਵਿੱਚ ਅਨਾਉਂਸਮੈਂਟਾਂ ਕਰਦੇ ਫਿਰਨ ਵੀ ਬਾਦਸ਼ਾਹ ਅਕਬਰ ਦਾ ਖਾਸਮ ਖਾਸ ਜਿਹੜਾ ਦੀਵਾਨ ਹੈ ਬੀਰਬਲ, ਉਹਨੂੰ ਬਾਦਸ਼ਾਹ ਵੱਲੋਂ ਹੁਕਮ ਹੈ ਜਿੰਨੇ ਖੱਤਰੀ ਨੇ ਸਾਰਿਆਂ ਕੋਲੋਂ ਇੱਕ ਇੱਕ ਰਜਤਪਣ ਲੈਣੀ ਹੈ। ਹਾਂਜੀ ਸੁਨ ਕਰ ਗੁਰ ਸੰਬੰਧੀ ਘਨੇ। ਅਪਰ ਮਿਲੇ ਕੁਛ ਗੁਰ ਢਿਗ ਭਨੇ। ਤੇ ਗੁਰੂ ਸਾਹਿਬ ਦੇ ਰਿਸ਼ਤੇਦਾਰ ਇਕੱਠੇ ਹੋਏ, ਖੱਤਰੀ ਨੇ ਇਕੱਠੇ ਹੋਏ, ਉਹ ਗੁਰੂ ਸਾਹਿਬ ਦੇ ਕੋਲ ਗਏ ਜੀ। ਹਾਂਜੀ ਆਗਿਆ ਦੇਹੋ ਜਥਾ ਹਮ ਕਰੈ। ਸੱਚੇ ਪਾਤਸ਼ਾਹ ਆਗਿਆ ਦਿਓ ਕਿ ਮਾਇਆ ਬੀਰਬਲ ਨੂੰ ਦੇਣੀ ਹੈ ਜਾਂ ਨਹੀਂ ਦੇਣੀ। ਹਾਂਜੀ ਨਾਹੇ ਤਾਂ ਵਿਪਰ ਦਵੈਖ ਕੋ ਧਰੈ। ਜੇ ਮਹਾਰਾਜ ਬੀਰਬਲ ਨੂੰ ਮਾਇਆ ਨਾ ਦਈਏ, ਸਾਡੇ ਨਾਲ ਝਗੜਾ ਕਰੇਗਾ, ਸਾਨੂੰ ਮਾਰੇਗਾ। ਹਾਂਜੀ ਸ਼੍ਰੀ ਗੁਰ ਅਮਰ ਭਨਿਓ ਜੁਗ ਜਾਵੋ। ਹਮਰੀ ਦਿਸ਼ਤੇ ਭਾਖ ਸੁਨਾਵੋ। ਤੇ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਉਹਨਾਂ ਨੂੰ ਕਹਿਣ ਲੱਗੇ ਵੀ 2 ਜਣੇ ਜਾਓ ਬੀਰਬਲ ਦੇ ਕੋਲ, ਸਾਡੇ ਵੱਲੋਂ ਉਹਨੂੰ ਇਹ ਹੁਕਮ ਸੁਣਾ ਦਿਓ। ਹਾਂਜੀ ਇਹ ਗੁਰਪੁਰ ਜਾਨੋ ਉਰ ਮਾਹੀ। ਬੀਰਬਲ ਨੂੰ ਆਖੋ, ਬੀਰਬਲ ਇਹ ਆਮ ਨਗਰ ਨਹੀਂ ਹੈ, ਇਹ ਗੁਰੂ ਦੀ ਪੁਰੀ ਹੈ, ਪਰਮੇਸ਼ਰ ਦੀ ਨਗਰੀ ਹੈ ਗੋਇੰਦਵਾਲ। ਹਾਂਜੀ ਕਾਜ ਵਿਹਾਰ ਕਰਤ ਕੋ ਨਾਹੀ। ਇੱਥੇ ਕੋਈ ਕੰਮਕਾਰ ਨਹੀਂ ਕਰਦਾ। ਹਾਂਜੀ ਜੋ ਪਰਮੇਸ਼ਰ ਦੇਤ ਪਠਾਏ। ਜੋ ਪਰਮੇਸ਼ਰ ਭੇਜ ਦਿੰਦਾ ਹੈ, ਹਾਂਜੀ ਸੋ ਅਚ ਔਰਨ ਦੇ ਅਚਵਾਏ। ਉਹੋ ਹੀ ਇੱਥੇ ਆਪ ਛਕ ਲੈਂਦੇ ਤੇ ਦੂਜਿਆਂ ਨੂੰ ਛਕਾ ਦਿੰਦੇ ਆ। ਤੇ ਮਾਇਆ ਵਾਲਾ ਹਿਸਾਬ ਇੱਥੇ ਨਹੀਂ ਹੈਗਾ। ਹਾਂਜੀ ਭੋਜਨ ਲਿਹੋ ਦੇਗ ਤੇ ਜੇਤਾ। ਬੀਰਬਲ ਨੂੰ ਆਖੋ ਲੰਗਰ ਜਿੰਨਾ ਚਾਹੀਦਾ ਉਹ ਇੱਥੋਂ ਲੈ ਲਵੇ। ਤੁਮਰੇ ਨਿਕਟ ਪਠੈ ਹਮ ਤੇਤਾ। ਜਿੰਨਾ ਆਖੇਗਾ ਲੰਗਰ ਮਿਲ ਜਾਵੇਗਾ। ਨਹੀਂ ਰਜਤਪਣ ਲੇਤ ਨਾ ਦੇਤ। ਪਰ ਇੱਕ ਵੀ ਮੋਹਰ ਨਹੀਂ ਮਿਲਣੀ। ਗੱਜ ਕੇ ਆਖੋ ਵਾਹਿਗੁਰੂ। ਰਜਤਪਣ ਨਹੀਂ ਮਿਲੇਗੀ, ਮੋਹਰ ਨਹੀਂ ਮਿਲੇਗੀ। ਇਹੀ ਰੀਤ ਤੈ ਹੈ ਗੁਰ ਨਕੇਤ। ਇਹੋ ਹੀ ਗੁਰੂ ਘਰ ਦੀ ਰੀਤੀ ਹੈ, ਲੰਗਰ ਜਿੰਨਾ ਚਾਹੀਦਾ ਲੈ ਜੇ। ਹਾਂਜੀ ਤਿਸਕੇ ਨਰਨ ਸੰਗ ਸਿੱਖ ਗਏ। ਬੀਰਬਲ ਦੇ ਆਦਮੀਆਂ ਦੇ ਨਾਲ 2 ਸਿੱਖ ਗਏ। ਬੈਠਿਓ ਵਿਪਰ ਅਹੰਕ੍ਰਿਤ ਕਏ। ਜਿੱਥੇ ਬੀਰਬਲ ਬੜੇ ਮਾਣ ਵਿੱਚ ਹੰਕਾਰ ਵਿੱਚ ਬੈਠਾ ਸੀ, ਖੜੇ ਹੋਏ ਕਰ ਬਾਤ ਸੁਨਾਈ। ਤੇ ਖੜੇ ਹੋ ਗਏ ਸਿੱਖ। ਉਹਨਾਂ ਜਾ ਕੇ ਬੀਰਬਲ ਨੂੰ ਕਿਹਾ, ਸ਼੍ਰੀ ਨਾਨਕ ਗਾਦੀ ਇਸ ਥਾਈ। ਬੀਰਬਲ ਮੰਨਦੇ ਆ ਤੈਨੂੰ ਬਾਦਸ਼ਾਹ ਨੇ ਭੇਜਿਆ, ਪਰ ਇਸ ਨਗਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਵਸਦੀ ਹੈ। ਹਾਂਜੀ ਤ੍ਰਿਤੀ ਥਾਨ ਗੁਰ ਅਮਰ ਸੁਹਾਏ। ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੇ ਗੁਰੂ ਅਮਰਦਾਸ ਸਾਹਿਬ, ਤੀਸਰੇ ਪਾਤਸ਼ਾਹ ਹਨ। ਸਿੱਖ ਸੰਗਤ ਉਪਦੇਸ਼ ਦਿਰੜਾਏ। ਉਹ ਸਾਰੀ ਸੰਗਤ ਨੂੰ ਨਾਮ ਦਾ, ਭਜਨ ਦਾ, ਵਾਹਿਗੁਰੂ ਦੇ ਨਾਲ ਜੋੜਦੇ ਉਪਦੇਸ਼ ਦਿੰਦੇ ਆ। ਦੇਗ ਚਲਾਵਤ ਭੋਜਨ ਦੇਤ। ਉਹ ਲੰਗਰ ਚਲਾਉਂਦੇ ਆ, ਬੜਾ ਵੱਡਾ ਲੰਗਰ ਹੈ। ਹਾਂਜੀ ਨਹਿ ਸੰਚੈ ਕੁਛ ਰਖੈ ਨਿਕੇਤ। ਪਰ ਮਾਇਆ ਇਕੱਠੀ ਕਰਕੇ ਨਹੀਂ ਰੱਖਦੇ। ਹਾਂਜੀ ਤਿਨਕੀ ਪੁਰੀ ਬਸੈ ਨਰ ਨਾਰੀ।
ਕਰੈ ਸਬਨ ਕੀ ਨਿਤ ਰਖਵਾਰੀ। ਜਿੰਨੇ ਇਸਤਰੀਆਂ ਪੁਰਸ਼ ਗੋਇੰਦਵਾਲ ਸਾਹਿਬ ਚ ਰਹਿੰਦੇ ਆ ਉਹ ਮਹਾਰਾਜ ਕੋਲੋਂ ਹੀ ਪ੍ਰਸ਼ਾਦਾ ਛਕਦੇ ਆ। ਹਾਂਜੀ, ਧਾਰੋ ਸ਼ਰਧਾ ਅਚੋ ਆਹਾਰੇ। ਇਸ ਕਰਕੇ ਤੁਸੀਂ ਤੇ ਤੁਹਾਡੀਆਂ ਫੌਜਾਂ ਸ਼ਰਧਾ ਧਾਰ ਕੇ ਸਤਿਗੁਰਾਂ ਦੇ ਦਰਬਾਰ ਚ ਆਵੋ, ਜਿੰਨਾ ਮਰਜ਼ੀ ਪ੍ਰਸ਼ਾਦਾ ਛਕ ਲਵੋ। ਤਉ ਆਨਹਿ ਜੇਤਿਕ ਗੁਰਦੁਆਰੇ। ਹਾਂਜੀ। ਸੁਨ ਕੇ ਕਹਿਓ ਬੀਰਬਲ ਫੇਰ, ਜੇਤਿਕ ਖੱਤਰੀ ਕੇ ਘਰ ਹੇਰ। ਪਰ ਬੀਰਬਲ ਜਿਹੜਾ ਸੀ ਉਹ ਬੜੇ ਮਾਣ ਚ ਭਰਿਆ ਪਿਆ ਸੀ। ਉਹ ਕਹਿੰਦਾ ਇਸ ਤਰ੍ਹਾਂ ਕੁਝ ਨਹੀਂ ਹੋਣਾ, ਜਿੰਨੇ ਖੱਤਰੀਆਂ ਦੇ ਘਰ ਹਨ ਸਭ ਮਿਲ ਸੰਚ ਰਜਤ ਪਣ ਲਿਆਵਹਿ। ਸਾਰੇ ਇਕੱਠੇ ਕਰੋ ਤੇ ਮਾਇਆ ਇਕੱਠੀ ਕਰੋ। ਹਾਂਜੀ, ਪੁੰਨ ਆਗੇ ਹਿਤ ਨਾਮ ਲਿਖਾਵੈ। ਆ ਕੇ ਆਪਣਾ ਨਾਮ ਵੀ ਲਿਖਾਓ ਇੱਥੇ, ਜਿੰਨੇ ਖੱਤਰੀ ਰਹਿੰਦੇ ਚ ਇੱਥੇ। ਕਰਹਿ ਬਹਾਨੇ ਅਨਕ ਪ੍ਰਕਾਰੇ। ਤੇ ਬੀਰਬਲ ਕਹਿੰਦਾ ਤੁਸੀਂ ਬਹਾਨੇ ਲਾ ਰਹੇ ਹੋ। ਹਾਂਜੀ, ਇਹ ਨਹਿ ਮਿਟੈ ਲਿਹੋ ਉਰਧਾਰੇ। ਪਰ ਇਹ ਗੱਲ ਹੋਏਗੀ ਨਹੀਂ, ਇਹ ਮੈਂ ਕਰ ਲੈਣਾ, ਟੈਕਸ ਲੈਣਾ, ਲੈ ਕੇ ਹੀ ਰਵਾਂਗਾ। ਹਾਂਜੀ, ਜਿਸ ਕੇ ਗੁਰ ਤਿਸ ਕੇ ਬਨ ਰਹੋ, ਹਮੈ ਸੁਨਾਵਨ ਕਿਮ ਕਹਿ ਕਹੋ। ਬਸ ਬੀਰਬਲ ਦਾ ਮੌਤ ਨੇੜੇ ਆ ਗਈ ਨਾ। ਬੀਰਬਲ ਕਹਿੰਦਾ ਜਾ ਕੇ ਆਪਣੇ ਗੁਰੂ ਜੀ ਨੂੰ ਕਹਿ ਦਿਓ, ਜਿਹਦੇ ਗੁਰੂ ਹੋ ਉਹਦੇ ਬਣ ਕੇ ਰਵੋ, ਸਾਡੇ ਨਾ ਬਣੋ, ਸਾਨੂੰ ਨਾ ਕੁਝ ਆਖੋ, ਮੈਂ ਤੇ ਟੈਕਸ ਲੈਣਾ, ਕਰ ਲੈਣਾ। ਹਾਂਜੀ, ਕਾਰ ਕਦੀਮੀ ਹਟੈ ਨਾ ਮੋਰੀ। ਇਹ ਨਹੀਂ ਮਿਟ ਸਕਦੀ, ਇਹ ਪੁਰਾਣੇ ਸਮੇਂ ਤੋਂ ਸਾਡੇ ਪਰਿਵਾਰ ਦੀ ਚੱਲਦੀ ਆ ਰਹੀ ਹੈ। ਸਭ ਪਰ ਦੰਡ ਲਹਿਓ ਚਹੁ ਓਰੀ। ਜੇ ਕੋਈ ਇਹਨੂੰ ਰੋਕੇਗਾ ਤੇ ਫਿਰ ਉਹਨੂੰ ਦੰਡ ਮਿਲੇਗਾ। ਹਾਂਜੀ, ਸੁਨ ਕੈ ਸਿੱਖ ਅਨਮਨ ਹੋਏ ਆਏ। ਸਿੱਖ ਢੱਠੇ ਦੇ ਮਨ ਨਾਲ ਆ ਗਏ ਵੀ ਸਤਿਗੁਰ ਇਹਨੇ ਤੇ ਗੱਲ ਹੀ ਨਹੀਂ ਮੰਨੀ ਕੋਈ। ਹਾਂਜੀ, ਸਤਿਗੁਰ ਨਿਕਟ ਬਿਰਤੰਤ ਸੁਨਾਏ। ਢੱਠੇ ਦੇ ਮਨ ਨਾਲ ਸਿੱਖ ਆਏ, ਉਦਾਸ ਚਿਹਰਾ ਲੈ ਕੇ ਆਏ, ਆ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਇਹੋ ਦਿਜ ਹੰਕਾਰੀ ਨਹਿ ਜਾਣਹਿ। ਮਹਾਰਾਜ ਇਹ ਬ੍ਰਾਹਮਣ ਬੜਾ ਹੰਕਾਰੀ ਹੈ, ਮਹਾਰਾਜ ਆਪ ਜੀ ਦਾ ਬਚਨ ਹੀ ਨਹੀਂ ਮੰਨਿਆ। ਕਰ ਮੇਰੋ ਅਬ ਦੇਹੋ ਬਖਾਨਹਿ। ਤੇ ਮਹਾਰਾਜ ਉਹ ਕਹਿੰਦਾ ਮੈਨੂੰ ਮਾਇਆ ਚਾਹੀਦੀ ਹੈ, ਨਾਹੇ ਤਾਂ ਬਲ ਕੋ ਕਰੈ ਕੁਚਾਲੀ। ਨਹੀਂ ਤੇ ਮੈਂ ਜ਼ੋਰ ਕਰਾਂਗਾ, ਧੱਕੇ ਦੇ ਨਾਲ ਪੈਸੇ ਲੈ ਕੇ ਜਾਵਾਂਗਾ। ਲੱਖੋਂ ਸੈਨਾ ਕੇ ਭਟ ਨਾਲੀ। ਲੱਖਾਂ ਹੀ ਸੈਨਾ ਸੂਰਮੇ ਮਹਾਰਾਜ ਉਹਦੇ ਨਾਲ ਹੈ। ਹਾਂਜੀ, ਸੁਨ ਸ਼੍ਰੀ ਅਮਰਦਾਸ ਮੁਸਕਾਏ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੁਣ ਕੇ ਨਾ ਉਹਦੀ ਗੱਲ ਸਿੱਖਾਂ ਦੀ ਮੁਸਕਰਾ ਪਏ। ਜਿਨਹੁ ਜਗਤ ਪ੍ਰਭੂ ਤਾਕਤ ਪਾਏ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਜਗਤ ਵਿੱਚ ਥੋੜੀ ਜੀ ਵਡਿਆਈ ਮਿਲ ਜਾਂਦੀ ਹੈ, ਮਦ ਕਰ ਅੰਧ ਹੋਤ ਮਤ ਬੌਰੇ। ਉਹ ਪ੍ਰਭਤਾ ਦੇ ਵਿੱਚ ਪਾਗਲ ਹੋ ਜਾਂਦੇ, ਅੰਨੇ ਹੋ ਜਾਂਦੇ ਐ। ਹਾਂਜੀ, ਆਪਣੇ ਸਾਹਮਣੇ ਜਾਣੇ ਔਰੈ। ਉਹ ਆਪਣੇ ਬਰਾਬਰ ਕਿਸੇ ਦੂਜੇ ਨੂੰ ਜਾਣਦੇ ਹੀ ਨਹੀਂ ਐ। ਬਿਨ ਗੁਰ ਸੇਵੇ ਹੋਤ ਸੰਤਾਪ। ਠਾਨਤ ਮੂਰਖ ਬਹੁ ਵਿਦ ਪਾਪ। ਮਹਾਰਾਜ ਕਹਿੰਦੇ ਗੁਰੂ ਨੂੰ ਮੰਨਦੇ ਨਹੀਂ ਐ, ਮੂਰਖਤਾ ਹੀ ਕਰਦੇ ਐ, ਫਿਰ ਪਾਪ ਹੁੰਦਾ ਹੈ ਉਹਨਾਂ ਕੋਲੋਂ। ਕਰਤ ਸਾਹਿਬੀ ਜੇਤਕ ਦਿਨ ਕੀ। ਬਿਸਰ ਜਾਤ ਜਤ ਜਨਮ ਮਰਨ ਕੀ। ਮਾਲਕੀ ਚ ਫਸੇ ਪਏ ਐ, ਇਹ ਨਹੀਂ ਪਤਾ ਵੀ ਇੱਕ ਦਿਨ ਮਰ ਜਾਣਾ ਹੈ। ਹਾਂਜੀ, ਨਹਿ ਦੀਰਘ ਦਰਸੀ ਹੋਏ ਹੀਰੈ। ਅੰਤ ਸਮੇਂ ਧਨ ਸੰਗ ਨਾ ਮੇਰੈ। ਮਹਾਰਾਜ ਕਹਿੰਦੇ ਐਵੇਂ ਹੀ ਲੰਮੀ ਨਿਗਾਹ ਕਰਕੇ ਵੇਖਦੇ ਨਹੀਂ, ਜਿਹੜੀ ਮਾਇਆ ਦਾ ਰੌਲਾ ਪਾਉਂਦਾ ਫਿਰਦਾ, ਕਿਹੜੀ ਨਾਲ ਜਾਣੀ ਹੈ ਉਹਦੇ। ਹਾਂਜੀ, ਔਚਕ ਗਹਿ ਜਾਏ ਜਰਵਾਣਾ। ਨਗਨ ਇਕਾਕੀ ਕਰੇ ਪਿਆਣਾ। ਮਹਾਰਾਜ ਕਹਿੰਦੇ ਜਦੋਂ ਜਮਦੂਤ ਆਉਣਾ ਹੈ ਨਾ, ਇਸੇ ਬੀਰਬਲ ਨੇ ਨੰਗੇ ਹੀ ਨਾਲ ਜਾਣਾ ਹੈ, ਇਹਨੂੰ ਕੱਪੜੇ ਵੀ ਨਹੀਂ ਪਾਉਣ ਦੇਣੇ। ਹਾਂਜੀ, ਵੇਖਿਆ ਨਾ ਜਬ ਲਓ ਨਾਹੇ ਨਾ ਮਨ ਹੈ। ਪਹੁੰਚੀ ਜਰ ਤਨ ਇਸ ਨਹਿ ਜਾਣੈ। ਮਹਾਰਾਜ ਕਹਿੰਦੇ ਜਿੰਨਾ ਚਿਰ ਮੌਤ ਨੂੰ ਨਹੀਂ ਵੇਖਦਾ ਉਹਨਾਂ ਚਿਰ ਮੰਨਦਾ ਨਹੀਂ ਹੈ, ਜਾਣਦਾ ਨਹੀਂ ਵੀ ਮੈਂ ਬੁੱਢਾ ਹੋਇਆ ਪਿਆ ਹਾਂ। ਬਿਰਮਿਓ ਮਾਇਆ ਮੋਹ ਜੋ ਮੀਠਾ। ਪਰਚਿਓ ਚਿਤ ਬਨ ਤਿਨ ਸੁਤ ਈਠਾ। ਸੁਨ ਸਿੱਖਿਅਨ ਪੁਨ ਬੂਝਨ ਠਾਨੇ। ਇਸ ਕਉ ਕਿਮ ਉਪਾਵ ਹਮ ਜਾਣੇ। ਸਿੱਖ ਕਹਿੰਦੇ ਮਹਾਰਾਜ ਹੁਣ ਬੀਰਬਲ ਦਾ ਕੀ ਕਰੀਏ, ਮਹਾਰਾਜ ਉਹ ਤੇ ਬੜਾ ਬੁਰਾ ਬੋਲ ਰਿਹਾ। ਹਾਂਜੀ, ਕਰੈ ਅਵਗਿਆ ਦੇਹ ਬਿਖਾਦੂ। ਮਹਾਰਾਜ ਅਵਗਿਆ ਹੀ ਨਾ ਕਰੇ, ਕੋਈ ਦੁੱਖ ਹੀ ਨਾ ਦਵੇ। ਜਿਸ ਕੇ ਗੁਰ ਮਹਿਮਾ ਨਹਿ ਯਾਦੂ। ਕਿਉਂ ਮਹਾਰਾਜ ਉਹ ਤੁਹਾਡੀ ਮਹਿਮਾ ਨਹੀਂ ਜਾਣਦਾ, ਉਹਨੂੰ ਤੇ ਹੰਕਾਰ ਹੀ ਹੰਕਾਰ ਹੈ। ਸਹਿਜ ਸੁਭਾਇਕ ਸਤਿਗੁਰ ਬੋਲੇ। ਧੰਨ ਗੁਰੂ ਅਮਰਦਾਸ ਸਾਹਿਬ, ਗੱਜ ਕੇ ਕਹੋ
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬੋਲੇ, ਨਿਸ਼ਚੈ ਰਾਖੋ ਕਿਉ ਮਨ ਡੋਲੇ। ਮਹਾਰਾਜ ਕਹਿੰਦੇ ਪਿਆਰਿਓ ਡੋਲਦੇ ਕਿਉਂ ਹੋ, ਭਰੋਸਾ ਰੱਖੋ। ਦੇਖਿਓ ਕਹਾਂ ਕਹੈ ਕਰਤਾਰ। ਦੇਖੋ ਕਹਾਂ ਕਰਹਿ ਕਰਤਾਰ। ਮਹਾਰਾਜ ਕਹਿੰਦੇ ਰੱਬ ਦੇ ਰੰਗ ਵੇਖੋ। ਹਾਂਜੀ, ਸਿਰ ਲਾਗੇ ਤੇ ਸਮਝ ਗਵਾਰ। ਮੂਰਖ ਦੇ ਸਿਰ ਜਦੋਂ ਵੱਜਦੀਆਂ ਫੇਰ ਹੀ ਪਤਾ ਲੱਗਦਾ ਹੈ। ਜਾਏ ਬਿਲੋਕੋਂ ਤਹ ਤੁਮ ਦੋਊ, ਕਹੈ ਬਾਰ ਤਾ ਸੁਨੀਐ ਸੋਊ। ਮਹਾਰਾਜ ਕਹਿੰਦੇ ਤੁਸੀਂ ਜਾ ਕੇ ਉਸ ਨੂੰ ਵੇਖੋ, ਜੋ ਵੀ ਗੱਲ ਕਹਿੰਦਾ ਹੈ ਸੁਣੋ। ਹਾਂਜੀ, ਆਏ ਸਮਾਨ ਗਏ ਤਤਕਾਲਾ। ਉਹ ਆਗਿਆ ਮੰਨ ਕੇ ਫਿਰ ਗਏ ਬੀਰਬਲ ਦੇ ਕੋਲ। ਬੈਠੇ ਜਹ ਠਾਂ ਪੌਰ ਬਿਸਾਲਾ। ਜਿੱਥੇ ਉਹ ਵੱਡਾ ਆਪਣਾ ਸਾਧ ਸੰਗਤ ਦੇ ਦਰਬਾਰ ਲਾ ਕੇ ਬੈਠਾ ਸੀ ਬੀਰਬਲ। ਤਿਹ ਛਿਨ ਅਕਬਰ ਕੇ ਪਰਵਾਨੇ, ਆਏ ਵੱਡ ਤੁਰੰਤਾ ਠਾਨੇ। ਅੱਗੋਂ ਫਿਰ ਜੋ ਹੁੰਦਾ ਕੱਲ ਨੂੰ ਸੁਣ ਲਾਂਗੇ, ਸਾਖੀ ਲੰਬੀ ਹੈ, ਸਮਾਂ ਲੱਗ ਜਾਣਾ। ਉਹ ਹੁਣ ਇਹਦਾ ਬਣਦਾ ਕੀ ਹੈ ਬੀਰਬਲ ਦਾ? ਐਵੇਂ ਹੀ ਲੋਕ ਕਹਿੰਦੇ ਬੀਰਬਲ ਬੜਾ ਚੰਗਾ, ਬੀਰਬਲ ਬੜਾ ਚੰਗਾ। ਬੜਾ ਵੱਡਾ ਮੂਰਖ ਸੀਗਾ, ਗੁਰੂ ਸਾਹਿਬ ਨਾਲ ਮੱਥਾ ਲਾ ਰਿਹਾ। ਤੇ ਲੋਕ ਨਾ ਜਾਣ ਜਾਣ ਕੇ ਬੀਰਬਲ ਦੇ ਕਿੱਸੇ ਬਣਾ ਸੁਣਾਉਂਦੇ। ਬੀਰਬਲ ਕੌਣ ਹੈ? ਮੂਰਖ ਹੈਗਾ ਜੀ। ਉਹ ਆਪਾਂ ਕੱਲ ਸੁਣਾਂਗੇ ਇਹਦਾ ਕੀ ਬਣਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।